ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਸਤਪਾਲ ਸਿੰਘ ਢਿੱਲੋਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਨੇੜੇ ਗੁਰੈਆਂ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਹਿਜ ਪਾਠ ਦੇ ਭੋਗ ਉਪਰੰਤ ਢਾਡੀ ਜਥੇ ਵੱਲੋਂ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਵੱਲੋਂ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਉਹਨਾਂ ਦੀ ਸਿੱਖ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਉਹਨਾਂ ਨੇ ਹਮੇਸ਼ਾ ਹੀ ਨਿਰੰਤਰ ਕਾਲਸੀ ਰਹਿੰਦੇ ਹੋਏ ਨੌਜਵਾਨਾਂ, ਬੁੱਧੀਜੀਵੀਆਂ, ਵਕੀਲਾਂ ਸਮੇਤ ਸਮਾਜ ਦੇ ਸਮੂਹ ਵਰਗਾਂ ਨੂੰ ਸੰਘਰਸ਼ ਨਾਲ ਜੋੜਿਆ। ਉਹਨਾਂ ਨੂੰ 14 ਸਤੰਬਰ 1990 ਨੂੰ ਜਲੰਧਰ ਸ਼ਹਿਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਸਮਾਗਮ ਵਿੱਚ ਇਸੇ ਪਿੰਡ ਦੇ ਸ਼ਹੀਦ ਭਾਈ ਹਰਮਿੰਦਰ ਸਿੰਘ ਲਾਲਾ, ਪੰਡਿਤ ਪਰਿਵਾਰ ਵਿੱਚੋਂ ਸ਼ਾਮ ਸੁੰਦਰ, ਅੰਮ੍ਰਿਤ ਛਕ ਕੇ ਸਿੰਘ ਸਜੇ ਸ਼ਹੀਦ ਭਾਈ ਰਣਜੀਤ ਸਿੰਘ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਵਿਦੇਸ਼ਾਂ ਵਿੱਚ ਵਿਚਰੇ ਸਾਥੀਆਂ ਅਤੇ ਭਾਈ ਕੁਲਬੀਰ ਸਿੰਘ ਬਾੜਾ ਪਿੰਡ ਨੂੰ ਯਾਦ ਕਰਦਿਆਂ ਉਹਨਾਂ ਦੀ ਬੰਦ ਖਲਾਸੀ ਲਈ ਅਰਦਾਸ ਕੀਤੀ ਗਈ। ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਭਰਾ ਭਾਈ ਨਿਰਮਲ ਸਿੰਘ ਢਿੱਲੋਂ, ਸ਼ਹੀਦ ਭਾਈ ਸ਼ੇਰ ਸਿੰਘ ਦੇ ਭਰਾ ਭਾਈ ਗੁਰਸ਼ਨ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਢਿੱਲੋਂ ਲਾਲਾ ਦੀ ਪਤਨੀ ਬੀਬੀ ਹਰਬੰਸ ਕੌਰ, ਸ਼ਹੀਦ ਭਾਈ ਨਵਰੀ ਸਿੰਘ ਦੇ ਦਾਦਾ ਜੀ ਬਾਪੂ ਹਰਦੀਪ ਸਿੰਘ ਡਿਬਡਿਬਾ, ਭਾਈ ਕੁਲਬੀਰ ਸਿੰਘ ਬਾੜਾ ਪਿੰਡ ਜੀ ਦੀ ਪਤਨੀ ਬੀਬੀ ਖੁਸ਼ਮੀਰ ਕੌਰ ਨੂੰ ਸੰਗਤ ਵੱਲੋਂ ਸ਼ਿਰਪਾਓ ਬਖਸ਼ ਕੇ ਸਨਮਾਨਿਤ ਕੀਤਾ ਗਿਆ। ਸ਼ਹੀਦੀ ਸਮਾਗਮ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਪਰਮਜੀਤ ਸਿੰਘ ਗਾਜੀ, ਪ੍ਰਵਿੰਦਰ ਸਿੰਘ ਢੰਡਵਾਰ, ਚਰਨਜੀਤ ਸਿੰਘ ਬੋਹਾਨੀ, ਰੋਸ਼ਨ ਲਾਲ ਰੋਸ਼ੀ, ਜਥੇਦਾਰ ਜਰਨੈਲ ਸਿੰਘ, ਬਲਵਿੰਦਰ ਸਿੰਘ ਸਤਰਾਣਾ, ਗੁਰਬਖਸ਼ ਸਿੰਘ ਖਾਲਸਾ, ਗਗਨਦੀਪ ਸਿੰਘ ਬਾਗੀ ਕਲਮ, ਨਵਦੀਪ ਸਿੰਘ ਅਨੋਖਰਵਾਲ, ਮਨਜੀਤ ਸਿੰਘ ਲੱਲੀ, ਭਾਈ ਅਮਰਜੀਤ ਸਿੰਘ ਚਹੇੜੂ, ਗੁਲਜਿੰਦਰ ਸਿੰਘ ਕਾਲਾ ਚੱਕ ਪ੍ਰੇਮਾ, ਜਗਜੀਤ ਸਿੰਘ ਫਰਾਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਸਤਪਾਲ ਸਿੰਘ ਢਿੱਲੋਂ ਨੂੰ 14 ਸਤੰਬਰ 1990 ਵਾਲੇ ਦਿਨ ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਚਿੱਟੇ ਦਿਨ ਜਲੰਧਰ ਸ਼ਹਿਰ ਦੇ ਨਕੋਦਰ ਚੌਂਕ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਸਮੁੱਚੀਆਂ ਸਿੱਖ ਸੰਗਤਾਂ ਪਿੰਡ ਡੱਲੇਵਾਲ ਨੇੜੇ ਗਰਾਇਆਂ ਅੱਜ ਇਕੱਠੀਆਂ ਹੋਈਆਂ ਹਨ। ਅੱਜ ਸੰਗਤਾਂ ਵੱਲੋਂ ਭਾਈ ਸਾਹਿਬ ਦੀਆਂ ਕੁਰਬਾਨੀ ਨੂੰ ਅਤੇ ਭਾਈ ਸਾਹਿਬ ਜੀ ਦੇ ਕੀਤੇ ਕੰਮਾਂ ਕਾਰਾਂ ਨੂੰ ਯਾਦ ਕੀਤਾ ਗਿਆ ਕਿ ਕਿਵੇਂ ਉਹਨਾਂ ਨੇ ਸਮੁੱਚੀ ਸਿੱਖ ਨੌਜਵਾਨੀ ਨੂੰ ਲਾਮਬੰਦ ਕਰਕੇ ਸਿੱਖ ਸੰਘਰਸ਼ ਦੇ ਨਾਲ ਜੋੜਿਆ। ਉਹਨਾਂ ਦੀ ਭਾਈ ਸਤਪਾਲ ਸਿੰਘ ਢਿੱਲੋਂ ਹੋਰਾਂ ਨੇ ਸਿੱਖ ਸੰਘਰਸ਼ ਨੂੰ ਨਵੀਂ ਸੇਧ ਦਿੰਦਿਆਂ ਨੌਜਵਾਨਾਂ ਨੂੰ ਜਿੱਥੇ ਤਿਆਰ ਕੀਤਾ ਉੱਥੇ ਨਾਲ ਬੁੱਧੀਜੀਵੀ ਵਰਗ, ਵਕੀਲਾਂ ਦੇ ਵਰਗ, ਪ੍ਰੋਫੈਸਰਾਂ ਦੇ ਵਰਗ ਸਾਰਿਆਂ ਨੂੰ ਸਿੱਖ ਸੰਘਰਸ਼ ਦੇ ਨਾਲ ਜੋੜਿਆ। ਅੱਜ ਅਸੀਂ ਸਮੂਹ ਸੰਗਤਾਂ ਭਾਈ ਸਤਪਾਲ ਸਿੰਘ ਢਿੱਲੋਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹਾਂ ਅਤੇ ਸਮੁੱਚੀਆਂ ਸੰਗਤਾਂ ਦੇ ਵੱਲੋਂ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਭਰਾ ਭਾਈ ਨਿਰਮਲ ਸਿੰਘ ਢਿੱਲੋਂ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮਹਾਨ ਆਗੂ ਸ਼ਹੀਦ ਭਾਈ ਸ਼ੇਰ ਸਿੰਘ, ਉਹਨਾਂ ਦੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਇਸੇ ਹੀ ਨਗਰ ਦੇ ਖਾੜਕੂ ਸਿੰਘ ਸ਼ਹੀਦ ਭਾਈ ਹਰਮਿੰਦਰ ਸਿੰਘ ਲਾਲਾ, ਉਹਨਾਂ ਦੇ ਧਰਮ ਪਤਨੀ ਬੀਬੀ ਹਰਬੰਸ ਕੌਰ ਜੀ, ਉਹਨਾਂ ਨੂੰ ਸਿਰੋਂ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਹੀ ਦਿਨ ਸਾਡੇ ਹਲਕੇ ਦਾ ਮਾਣ, ਇਲਾਕੇ ਦਾ ਮਾਣ, ਫਲੌਰ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਬੀਬੀ ਖੁਸ਼ਮੀਰ ਕੌਰ ਜੀ ਨੂੰ ਸਿਰੋਂ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸੱਜ ਬੈਠੀ ਸਮੁੱਚੀ ਸਾਧ ਸੰਗਤ ਔਰ ਸਾਡੇ ਦੁਆਬੇ ਦੇ ਸਿੱਖ ਕਮਾਂਡਰ ਭਾਈ ਸਤਪਾਲ ਸਿੰਘ ਜੀ, ਉਹਨਾਂ ਦੀ ਬਰਸੀ ਦੇ ਮੌਕੇ 'ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਪ ਸਭ ਹਾਜ਼ਰੀਨ ਗੁਰੂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਭਾਗ ਸਮਾਂ ਪ੍ਰਾਪਤ ਹੋਇਆ ਜਿਹੜੇ ਸਿੱਖ ਕਮਾਂਡਰ ਦੀਆਂ ਅਸੀਂ ਕਹਾਣੀਆਂ ਇੰਗਲੈਂਡ ਦੇ ਵਿੱਚ ਸੁਣਦੇ ਹੁੰਦੇ ਸੀ, ਅੱਜ ਉਹਨਾਂ ਦੇ ਨਗਰ ਵਿੱਚ ਆ ਕੇ ਉਹਨਾਂ ਦੇ ਨਗਰ ਦੀ ਸੰਗਤ ਦਾ ਪਿਆਰ ਦੇਖਿਆ ਔਰ ਆਪ ਸਭ ਜੋ ਸੰਘਰਸ਼ੀ ਯੋਧੇ ਹੋਣ ਉਹਨਾਂ ਦੇ ਨਾਲ ਜਿਨ੍ਹਾਂ ਨੇ ਸਮਾਂ ਬਿਤਾਇਆ, ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਮਿਲਿਆ। ਸੰਘਰਸ਼ ਹੁੰਦਾ ਉਹਦੀ ਰੇਖਾ ਮੌਕੇ ਦੇ ਹਿਸਾਬ ਨਾਲ ਤੈਅ ਹੋ ਜਾਂਦੀ ਹੈ। ਅੱਜ ਵੀ ਆਪਣੀ ਕੌਮ ਸੰਘਰਸ਼ ਕਰ ਰਹੀ ਹੈ ਦਿੱਲੀ ਦੇ ਬਾਰਡਰਾਂ ਦੇ ਉੱਤੇ, ਤੇ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਉਹ ਸੰਘਰਸ਼ ਦੇ ਵਿੱਚ ਸ਼ਾਮਲ ਹਨ। ਪਿੱਛੇ 70 ਕਦੀ ਸਾਡੇ ਨੌਜਵਾਨ ਸੰਘਰਸ਼ ਦੇ ਵਿੱਚ ਸ਼ਹੀਦ ਹੁੰਦੇ ਸੀ ਕਿ ਅਸੀਂ ਮਾਣ ਕਰਦੇ, ਪਰ ਇਸ ਤਰ੍ਹਾਂ ਦੀ ਜਿਹੜੀ ਮੌਤ ਸਾਡੇ ਨੌਜਵਾਨਾਂ ਦੀ ਹੋਈ, ਜ਼ਲਾਲਤ ਜਿਹੜੀ ਸਾਡੇ
ਨੌਜਵਾਨਾਂ ਦੀ ਹੋਈ, ਪਰਿਵਾਰਾਂ ਦੀ ਜਿਹੜੀ ਜਲਾਲਤ ਹੋਈ, ਉਸਨੇ ਕੌਮ ਨੂੰ ਬੁਰੀ ਤਰ੍ਹਾਂ ਨਾਲ ਤੋੜ 10 ਸਾਲਾਂ ਦੇ ਵਿੱਚ ਜਿਹੜਾ ਇਹ ਵਰਤਾਂਤ ਸਿਰਜਿਆ ਗਿਆ ਸੀ ਔਰ ਉਸ ਤੋਂ ਖਹਿੜਾ ਛੁਡਾਉਣ ਵਾਸਤੇ 2017 ਵਿੱਚ ਕੌਮ ਨੇ ਇੱਕ ਮੌਕੇ ਦੇ ਤੌਰ ਤੇ ਇਸ ਨੂੰ ਦੇਖਿਆ ਔਰ ਪੂਰਾ ਜ਼ੋਰ ਲਾ ਕੇ ਇਹਨਾਂ ਨੂੰ ਪੰਥ ਦੇ ਨਾਂ ਤੇ ਜਿਹੜੇ ਪੰਥ ਪਲੇਟਫਾਰਮ ਕਹਿੰਦੇ ਸੀ ਉਸ ਤੋਂ ਇਹਨਾਂ ਨੂੰ ਲਾਂਭੇ ਕੀਤਾ ਗਿਆ, ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕੀਤਾ ਗਿਆ। ਪਰ ਸਾਡੀ ਬਦਕਿਸਮਤੀ ਵੇਖੋ, ਜਿਨ੍ਹਾਂ ਤੇ ਭਰੋਸਾ ਤੇ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਲਿਆਏ, ਸਾਡੀ ਮਜਬੂਰੀ ਹੀ ਬਣਿਆ ਕਾਂਗਰਸ ਨੂੰ ਲਿਆਉਣਾ। ਪਰ ਕਾਂਗਰਸ ਦੇ ਆਉਣ ਨਾਲ ਹੋਰਾਂ ਵੀ ਫਰਕ ਹੈ। ਜਿਸ ਤਰ੍ਹਾਂ 10 ਸਾਲ ਪਹਿਲਾਂ ਸਾਡੀ ਤਬਾਹੀ ਹੋਈ, ਉਸੇ ਤਰ੍ਹਾਂ ਦੀ ਤਬਾਹੀ ਸਾਡੀ ਇਸ 5 ਸਾਲ ਦੇ ਰਾਜ ਨਾਲ ਮਤਲਬ ਹੱਦ ਉਦੋਂ ਹੋ ਗਈ ਜਦੋਂ ਅਕਾਲੀ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਣਾ ਸ਼ੁਰੂ ਹੋਇਆ ਔਰ ਅੱਜ ਵੀ ਇਹ ਸਿਲਸਿਲਾ ਜਾਰੀ ਹੈ। ਜਿਸ ਖਿੱਤੇ ਵਿੱਚ ਇੱਕ ਕੌਮ ਵਸਦੀ ਹੋਵੇ, ਉਸਦਾ ਆਪਣਾ ਸਿਧਾਂਤ ਹੋਵੇ, ਉਹਦਾ ਆਪਣਾ ਫਲਸਫਾ ਹੋਵੇ, ਉਹਦਾ ਯਕੀਨ ਹੋਵੇ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਾਹਿਬਾਨਾਂ ਦੇ ਫਲਸਫੇ ਤੇ, ਉਸੇ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਅਪਮਾਨ ਹੋਵੇ, ਉਹਨਾਂ ਦੇ ਰਾਜ ਵਿੱਚ ਜਿਹੜੇ ਆਪਣੇ ਆਪ ਨੂੰ ਪੰਥਕ ਖਵਾਉਂਦੇ ਨੇ ਔਰ ਸਾਡੇ ਵਰਗੇ ਜਿਹਨਾਂ ਦੀਆਂ ਸ਼ਕਲਾਂ ਨੇ, ਕੌਮ ਨੇ ਅੱਜ ਵੀ ਉਹਨਾਂ ਨੂੰ ਨਹੀਂ ਪਛਾਣਿਆ। ਮੈਨੂੰ ਇੰਝ ਲੱਗਦਾ ਕਿ ਅੱਜ ਜਿਸ ਤਰ੍ਹਾਂ ਦਾ ਰੌਂਬ ਹੈ ਪੰਜਾਬ ਵਿੱਚ ਵੇਖਦਾ ਔਰ ਜਿਸ ਤਰ੍ਹਾਂ ਉਹੀ ਅਕਾਲੀ ਦਲ ਵਾਪਸ ਪੰਜਾਬ ਦੇ ਵਿਹੜਿਆਂ ਦੇ ਵਿੱਚ ਫਿਰ ਦਰਦਨਾਉਂਦਾ ਫਿਰਦਾ ਹੈ ਤੇ ਲੋਕ ਉਹਨਾਂ ਦੇ ਫੇਰ ਪਿੱਛੇ ਉਹਨਾਂ ਦੀਆਂ ਟਰਾਲੀਆਂ ਦੇ ਚੜੇ ਫਿਰਦੇ। ਮੈਨੂੰ ਡਰ ਲੱਗਦਾ ਹੈ ਕਿ ਕਿਤੇ ਪਹਾੜਾ ਫਿਰ ਨਾ ਵਾਪਰੇ, ਇਹ ਕੌਮ ਦੇ ਦੁਸ਼ਮਣ ਫਿਰ ਸੱਤਾ ਵਿੱਚ ਨਾ ਆਉਣ। ਮੈਂ ਲਗਾਤਾਰ ਪਿਛਲੇ 6 ਮਹੀਨਿਆਂ ਤੋਂ ਇੱਕੋ ਗੱਲ ਕਹਿੰਦਾ ਆ ਰਿਹਾ ਹਾਂ ਕਿ ਬੇਸ਼ੱਕ ਦਿੱਲੀ ਵਿੱਚ ਲੱਗਾ ਹੋਇਆ ਕਿਸਾਨ ਮੋਰਚਾ ਸਾਡੇ ਲਈ ਬਹੁਤ ਜ਼ਰੂਰੀ ਹੈ, ਉਸ ਨੂੰ ਜਿੱਤਣਾ। ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਉਸ ਵਿੱਚ ਕੀਤੀਆਂ ਨੇ, ਸ਼ਹਾਦਤਾਂ ਦਿੱਤੀਆਂ ਨੇ, ਪੰਥ ਨੇ ਆਪਣੇ ਐਫਰਟਸ ਲਾਏ ਨੇ, ਸਭ ਕੀਤਾ ਹੈ ਉੱਥੇ ਬੈਠ ਕੇ। ਪਰ ਜੇ ਅਸੀਂ ਉਸ ਮੋਰਚੇ ਨੂੰ ਜਿੱਤ ਕੇ ਵੀ ਆ ਜਾਈਏ ਤੇ ਸਾਡੀ ਸੱਤਾ ਤੇ ਉਹੀ ਲੋਕ, ਪੰਜਾਬ ਦੀ ਸੱਤਾ ਤੇ ਉਹੀ ਲੋਕ ਕਾਬਜ਼ ਹੋਣਗੇ ਤੇ ਫਿਰ ਸਾਡੇ ਜਿੱਤਣ ਦਾ ਕੋਈ ਮਕਸਦ ਨਹੀਂ ਹੈ। ਇਸ ਲਈ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ, ਇਹਨਾਂ ਦਾ ਬਦਲ ਦੇਣਾ ਬਹੁਤ ਜ਼ਰੂਰੀ ਹੈ। ਪਰ ਮੈਂ ਪਿਛਲੇ 4 ਮਹੀਨਿਆਂ ਤੋਂ, ਮੇਰੇ ਖਿਆਲ ਵਿਸਾਖੀ ਤੋਂ ਮੈਂ ਸ਼ੁਰੂ ਹੋਇਆ ਹਾਂ, ਗਲੀ ਗਲੀ ਪਿੰਡ ਟੋਕਾ ਦਿੰਦਾ ਹਾਂ, ਲੱਭਦਾ ਫਿਰਦਾ ਹਾਂ ਕਿ ਆਓ ਪੰਜਾਬ ਨੂੰ ਬਚਾਉਣ ਵਾਸਤੇ ਲੋਕ ਆਓ, ਉਹਨਾਂ ਨੂੰ ਲੱਭੀਏ, ਉਹਨਾਂ ਨੂੰ ਇਕੱਠੇ ਕਰੀਏ ਔਰ ਪੰਜਾਬ ਦੇ ਵਿੱਚੋਂ ਖੇਤੀ ਪਾਰਟੀ ਬਣਾਈ ਹੈ ਜਿਸ ਦੀ ਅੱਜ ਅਣਹੋਂਦ ਹੈ। ਜਿਹੜੀ ਖੇਤੀ ਪਾਰਟੀ ਅਕਾਲੀ ਦਲ ਸੀ, ਆਪਣੇ ਆਪ ਨੂੰ ਪੰਜਾਬ ਦੀ ਪਾਰਟੀ ਕਹਿੰਦਾ ਸੀ, ਜਦੋਂ ਤੋਂ ਉਹਨਾਂ ਨੇ ਦਿੱਲੀ ਵਾਲਿਆਂ ਨਾਲ ਸਾਂਝ ਪਾਈ ਹੈ ਉਦੋਂ ਤੋਂ ਸਾਡੀ ਤਬਾਹੀ ਦਾ ਸਿਲਸਿਲਾ ਸ਼ੁਰੂ ਹੋਇਆ ਜਿਹੜਾ ਅੱਜ ਤੱਕ ਜਾਰੀ। ਪਰ ਅਜੇ ਤੱਕ ਸਾਨੂੰ ਕੋਈ ਬਹੁਤ ਵੱਡੀ ਕਾਮਯਾਬੀ ਨਹੀਂ ਮਿਲੀ। ਮੈਂ ਜਿੱਥੇ ਭਾਈ ਸੁਖਪਾਲ ਸਿੰਘ ਢਿੱਲੋਂ ਨੂੰ ਯਾਦ ਕਰਦੇ ਹਾਂ, ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦਾ, ਉੱਥੇ ਮੈਂ ਬੇਨਤੀ ਕਰਦਾ ਹਾਂ ਕਿ ਇਹਨਾਂ ਸ਼ਹਾਦਤਾਂ ਨੂੰ ਯਾਦ ਅਸੀਂ ਤਾਂ ਕਰ ਸਕਾਂਗੇ, ਇਹਨਾਂ ਸ਼ਹਾਦਤਾਂ ਦੇ ਮਾਣ ਅਸੀਂ ਤਾਂ ਕਰ ਸਕਾਂਗੇ ਜੇ ਪੰਜਾਬ ਦੀ ਸੱਤਾ ਤੋਂ ਪੰਜਾਬ ਦੇ ਦੁਸ਼ਮਣ ਸ਼ਾਸਕ ਜਿਹੜੇ ਰਲੇ ਹੋਏ 10 ਸਾਲ ਤੇ 5 ਸਾਲ ਵਾਲੇ ਕਾਂਗਰਸ ਤੇ ਅਕਾਲੀ ਦਲ ਵਾਲੇ ਅੱਜ ਵੀ ਕਣਸੂਆਂ ਆਉਂਦੀਆਂ ਹੈ ਕਿ ਜੇ ਕਹਾਣੀ ਕਿਸੇ ਇਸ ਦੌੜ ਤੇ ਆ ਗਈ ਵੀ ਕਾਂਗਰਸ ਨਹੀਂ ਜਿੱਤਦੀ ਤੇ ਅਕਾਲੀ ਦਲ ਵੀ ਨਹੀਂ ਜਿੱਤਦਾ ਤੇ ਫਿਰ ਇਹ ਦੋਵੇਂ ਇਕੱਠੇ ਹੋ ਜਾਣਗੇ ਜਿਵੇਂ 2017 ਵਿੱਚ। ਸੋ ਅਸੀਂ ਆਪਣੀਆਂ ਸ਼ਹਾਦਤਾਂ ਤੇ ਮਾਣ ਕਰਦੇ ਹੋਏ, ਉਸ ਸੰਘਰਸ਼ ਨੂੰ ਯਾਦ ਕਰਦੇ ਹੋਏ, ਆਪਣੀ ਕੌਮ ਦੇ ਭਵਿੱਖ ਵਾਸਤੇ ਬਹੁਤ ਜ਼ਰੂਰੀ ਹੈ ਸਾਡਾ ਕਿ ਅਸੀਂ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰੀਏ ਔਰ ਪੰਜਾਬ ਦੇ ਵਿੱਚ ਕੋਈ ਐਸੀ ਪੰਥਕ ਧਿਰ ਜਿਹੜੀ ਪੰਜਾਬ ਦੇ ਹਿੱਤ ਲਈ ਲੜੇ, ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਆਏ, ਕਿਉਂਕਿ ਇਹ ਨਸ਼ੇ ਦਾ ਹੜ੍ਹ ਰੁਕਿਆ ਨਹੀਂ, ਉਵੇਂ ਚੱਲ ਰਿਹਾ, ਬਦਸਤੂਰ ਜਾਰੀ ਹੈ ਔਰ ਸਾਡੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ, ਉਹਨਾਂ ਤੇ ਬੇਲੋੜੇ ਮੁਕੱਦਮੇ ਉਵੇਂ ਜਾਰੀ ਹਨ, ਉਵੇਂ ਪੈ ਰਹੇ ਨੇ ਔਰ ਇਹ ਸਿਲਸਿਲਾ ਕਦੀ ਨਹੀਂ ਥੰਮੇਗਾ ਜੇ ਤੁਸੀਂ ਇਹ ਪੰਥ ਦੁਸ਼ਮਣ ਤਾਕਤਾਂ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਨਹੀਂ ਕਰਦੇ। ਰਹੀ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ, ਔਰ ਮੇਰਾ ਇਹ ਯਕੀਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਕੌਮ ਦੇ ਹੱਥਾਂ ਵਿੱਚ ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਇਹਨਾਂ ਨੂੰ ਸੱਤਾ ਤੋਂ ਲਾਂਭੇ। ਸੋ ਬਹੁਤ ਮਨ ਉਦਾਸ ਹੁੰਦਾ ਹੈ ਜਦੋਂ ਅਸੀਂ ਆਪਣੇ ਉਹਨਾਂ ਮਹਾਨ ਯੋਧਿਆਂ ਦੇ ਯਾਦ ਵਿੱਚ ਜੁੜਦੇ ਹਾਂ ਔਰ ਉਹ ਸ਼ਹਾਦਤਾਂ ਨੂੰ ਅਸੀਂ ਵੇਖਦੇ ਹਾਂ। ਔਰ ਮੈਂ ਤਾਂ ਜਿਸ ਦਿਨ ਨਵਰੀਤ ਦੀ ਸ਼ਹਾਦਤ ਹੋਈ ਸੀ, ਮੈਂ ਉਸਦੇ ਸਰਾਣੇ ਖੜਾ ਹੋਇਆ ਵੀ ਇਹੀ ਵੇਖ ਰਿਹਾ ਸੀ
कि कदों थमेगा इस कितना लंबा समा हो गया है। ਅਸੀਂ अपने नौजवानों दी लाशां अपने मोढिਆਂ ते चुक्की फिरदे हां। कौन आएगा जिहड़ा सानू इस दौर विचों बाहर लेके जाएगा। और मेरी एक बार फिर गुजारिश है बीबियां नूं भी और पंडाल में बैठे गुरु महाराज की हजूरी में बैठे हुए सारिਆਂ ਨੂੰ कि बेशक अज ये राजनीति गल्लां करन दा समा नहीं है, पर अपने भविख लई सानू सुचेत होना पैना है, सानू इकट्ठे होना पैना है, सानू सिर जोड़ के बैठना पैना है। समा बहुत थोड़ा है और जिम्मेवार शख्स जिहड़े जिन्होंने समझ है, जिन्होंने सोची है अपने पंथक हितां दी, मेरी उन्होंने गुजारिश है कि वो भी कोई अपने वालों उपराले कर। एक बार फिर तुहाडा सारिਆਂ ਦਾ धन्यवाद। शहीद सतपाल सिंह ढिल्लों नूं मैं अपनी दिल दीआं गहराइयां शरदा दे फुल भेट करदा हां। इन्हां दी रचना नाल अरदास की माला जा चुका है। वाहिगुरू जी का खालसा, वाहिगुरू जी की फतेह। नहीं रखी जाते, वो शरेआम सारे लोगों के सामने रखे जाते हैं। तो असी अज के समागम में मंग करते हैं सरकार के कोलों कि जो भी सिख नौजवान झूठे पुलिस मुकाबलियां दे विच जां इस तरह झूठे शरीर लोगों के सामने जिन्होंने शहीद किया गया उन्हां दीयां जानकारियां पब्लिक के सामने लिआंदियां जानियां चाहिए कि उन्होंने शहीद करने वाले किहड़े-किहड़े पुलिस अधिकारी सी जां कौन-कौन जिम्मेवार लोग सी। ये गल सारिਆਂ के सामने आनी चाहिए। कवर शतर सतश्री मालिक साहिब श्री गुरु ग्रंथ साहिब महाराज जी की निकी गोद में जुड़ गए साध संगत जी। वाहिगुरू जी का खालसा, वाहिगुरू जी की फतेह। हर साल की तरह पापा भाई सतपाल सिंह जी उन्होंने शहीदी दिहाड़े के मौके के उत्ते इस नगर के जिन्ने भी सिंह इस संघर्ष के फाटकू संघर्ष के शहीद होए या जलावतन ने उन्होंने याद के इकट्ठे होने। पिछले 15-16 साल तो महाराज बख्शिश करदा, कृपा करदा इस मौके के उत्ते हाजरी भरन के लिए उद्यम बख्शदा। भाई सतपाल सिंह हुणां दे संबंध दे विच या इस नगर के होर भी जिहड़े शहीद है उन्होंने संबंध के जो जिक्र होता तो मैनू एक ये भी गल नाल याद आनी कि साडा इतिहास सिखां दा वो इन्नियां ज़्यादा इतिहासक घटनावां या इतिहासक नायकों का इतिहास है जिन्होंने सारे चेतन रूप याद रखना औखा हो जाता है। बहुत सारे मजहब, बहुत सारिया सभ्याचारक कौमां या धर्मां के इतिहास थोड़े ही नायक होंदे आ या थोड़ियां ही घटनावां होंदियां जिन्होंने याद रखना सौखा होता। दुआबे की इस धरती के उत्ते 18वीं सदी के विच जिस मिसल का राज रहा है काफ़ी बड़े इलाके से जिहदी राजधानी राहों रही वो इसे पिंड के नाम के उत्ते सी टल्लेवाली का मिसल। वो शायद पिंड वाले लोग भी बहुता चेतन रूप के याद नहीं रखते हैं कि उन्होंने बजुर्ग किसी वक्त इस धरती के आज़ाद शासक हुए। हुण तो आप छोटी छोटिया नवाबियां सूबेदारां दीयां लड़ाइयां दीयां गल्लां करते हैं। वो इस खिते के उत्ते लोगों को इंसाफ देने वाले आप खुद मुख्तियार आप आज़ाद शासक हुए। राहों दुआबे का किसी वक्त बहुत बड़ा शहर से राजधानी रही है इस मिसल में। तो दूजी गल कई बार आप घटनावां याद करते हैं, आप नायक याद करते हैं तो घटनावां के नायक याद करते करते जिहड़े इस संघर्ष नाल वास्ता शख्सियतां होंदियां उन्होंने तो उस नायक या किस प्रथाए घटना हुई उसका निशाना उस आदर्श के बारे चेतन रूप से पता होता। बट आम लोग है जोड़े उन्होंने दोबारा दोबारा वो गल दोहरानी पैंदी कि ये संघर्ष के नायक किस चीज़ वास्ते लड़े, किस चीज़ वास्ते इन्नी घालना हुई, किस चीज़ बारे शहादत हुई, वो जरूर साढ़े याद करन योग गल होंदी। क्योंकि जदों असीं संघर्षां दे
ਸ਼ਹੀਦਾਂ ਦੇ ਮਕਸਦ, ਉਹਨਾਂ ਦੇ ਆਦਰਸ਼ ਨੂੰ ਲੋਕਾਂ 'ਚ ਲਗਾਤਾਰ ਨਾ ਚਿਤਾਰੀਏ, ਤਾਂ ਉਹਨਾਂ ਸ਼ਹੀਦਾਂ ਦਾ ਨਾਂ ਲੈ ਕੇ, ਉਹ ਸੰਘਰਸ਼ ਦਾ ਨਾਂ ਲੈ ਕੇ ਆਪਣੀਆਂ ਨਿੱਜੀ ਲਾਲਸਾਵਾਂ ਵਾਲੇ ਲੋਕ ਜਾਂ ਨਿੱਜੀ ਲਾਲਸਾਵਾਂ ਵਾਲੀਆਂ ਤਨਜ਼ੀਮਾਂ ਉਹਨਾਂ ਨਾਇਕਾਂ ਦੀਆਂ ਘਾਲਣਾਵਾਂ ਦਾ ਫਾਇਦਾ ਲੈ ਰਹੇ ਨੇ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਉਹ ਆਦਰਸ਼ ਬਾਰੇ ਕੁਝ ਗੱਲ ਜ਼ਰੂਰ ਕਰੀਏ। ਜਦੋਂ ਵੀ ਆਪਾਂ ਖਾਲਸਾ ਸੰਘਰਸ਼ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਉਹ ਸੰਘਰਸ਼ ਹੀ ਪੂਰੇ ਰੂਪ ਦੇ ਵਿੱਚ ਸਿੱਖ ਇਤਿਹਾਸ ਦਾ ਹਿੱਸਾ ਮੰਨਿਆ ਜਾਣਾ, ਜਾਂ ਗੁਰੂ ਦੇ ਦਰ ਤੇ ਉਹ ਸ਼ਹੀਦ ਹੀ ਪ੍ਰਵਾਨ ਹੋਣੇ ਆ ਜਿਹੜੇ ਗੁਰੂ ਦੇ ਆਸ਼ੇ ਦੇ ਉੱਤੇ ਲੜਦੇ ਹੋਏ ਸ਼ਹੀਦ ਹੋਏ ਹੋਣ। ਤਾਂ ਜਿਹੜਾ ਗੁਰੂ ਦਾ ਆਸ਼ਾ ਹੈ ਲੜਨ ਦੇ ਬਾਰੇ, ਪ੍ਰਵਿਰਤੀ ਕਰਨ ਦੇ ਬਾਰੇ, ਸੰਘਰਸ਼ ਦੇ ਬਾਰੇ, ਤਾਂ ਮੋਟੇ ਰੂਪ ਦੇ ਵਿੱਚ ਸਿੱਖ 3 ਮਸਲਿਆਂ ਦੇ ਵਿੱਚ ਹੀ ਸੰਘਰਸ਼ ਕਰਦੇ ਆਏ। ਪਹਿਲਾ, ਜਦੋਂ ਗੁਰੂ ਦੇ ਅਦਬ ਦੇ ਵਿੱਚ ਕੋਈ ਫਰਕ ਪਵੇ, ਫਿਰ ਗੁਰੂ ਨੂੰ ਹੁਕਮ ਹੈ ਸੰਘਰਸ਼ ਦਾ। ਦੂਜਾ, ਜਦੋਂ ਗੁਰੂ ਖਾਲਸਾ ਪੰਥ ਦੇ ਨਿਰੰਤਰ ਸੁਤੰਤਰ ਵਿਚਰਨ ਦੇ ਵਿੱਚ ਕੋਈ ਰੁਕਾਵਟਾਂ ਹੋਣ, ਗੁਰੂ ਖਾਲਸਾ ਪੰਥ ਦੀ ਨਿਆਰੀ ਪਛਾਣ ਦੇ ਉੱਤੇ ਹਮਲਾ ਹੋਏ, ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਏ ਜਾਂ ਉਹਨਾਂ ਦੀ ਨਸਲਕੁਸ਼ੀ ਤੱਕ ਗੱਲ ਜਾਏ, ਉਦੋਂ ਮਹਾਰਾਜ ਦਾ ਹੁਕਮ ਹੈ ਕਿ ਹੁਣ ਸੰਘਰਸ਼ ਕਰਨਾ ਹੈ। ਤੇ ਤੀਜਾ, ਜਦੋਂ ਕਿਸੇ ਵੀ ਨਤਾਣੇ ਦੇ ਉੱਤੇ ਇੱਕ ਜਾਬਰ ਜ਼ੁਲਮ ਕਰ ਰਿਹਾ ਹੋਵੇ, ਤੇ ਉਹ ਨਤਾਣਾ ਚਾਹੇ ਕੋਈ ਇੰਡੀਵਿਜੂਅਲ ਹੋਵੇ, ਇਕੱਲਾ ਬੰਦਾ ਹੋਵੇ, ਚਾਹੇ ਕਿਸੇ ਖਿੱਤੇ ਦੇ ਲੋਕ ਹੋਣ, ਚਾਹੇ ਕਿਸੇ ਮਜ਼ਹਬ, ਕਿਸੇ ਸੱਭਿਆਚਾਰਕ ਕੌਮ ਦੇ ਲੋਕ ਹੋਣ, ਜਦੋਂ ਉਹ ਆਪਣੇ ਹੱਕਾਂ ਦੀ, ਆਪਣੇ ਸਵੈਮਾਨ ਦੀ ਰਾਖੀ ਨਾ ਕਰ ਸਕਣ, ਤਾਂ ਮਹਾਰਾਜ ਨੇ ਆਪਣੇ ਦੇ ਉੱਤੇ ਹੁਕਮ ਆਇਦ ਕੀਤਾ ਕਿ ਉਹਨਾਂ ਨਿਮਾਣੇ ਨਤਾਣੇ ਲੋਕਾਂ ਦੀ ਧਿਰ ਬਣ ਕੇ ਤੁਸੀਂ ਜਰਵਾਣੇ ਦਾ ਨਾਸ ਕਰਨਾ, ਉਹਦੀ ਭਖਿਆ ਕਰਨਾ। ਤੋ ਇਸ 3 ਦਾਇਰੇ ਦੇ ਵਿੱਚ ਜੇ ਲੜਿਆ ਗਿਆ ਸੰਘਰਸ਼ ਹੈ, ਤੇ ਉਸ ਸੰਘਰਸ਼ ਦੇ ਜਿਹੜੇ ਪਾਧੀ ਆ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋਣੇ। ਤੋ ਜਦੋਂ ਹੁਣ ਆਪਾਂ ਇਸ ਪਿਛਲੇ ਸੰਘਰਸ਼ ਦੀ ਗੱਲ ਕਰਦੇ ਹਾਂ, ਤਾਂ ਬਹੁਤੀ ਵਾਰ ਸੰਘਰਸ਼ ਕਿਸੇ ਇੱਕ ਨੁਕਤੇ ਤੇ ਹੀ ਹੁੰਦਾ, ਬਟ ਇਹ ਜਿਹੜਾ ਪਿਛਲਾ ਸੰਘਰਸ਼ ਹੈ, ਇਸ ਸੰਘਰਸ਼ ਦੇ ਵਿੱਚ ਹਮਲਾ ਇਸ ਨਾਲ ਜ਼ਿਆਦਾ ਵਿਆਪਕ ਸੀਗਾ ਕਿ ਇਹ 3 ਹੀ ਮਸਲਿਆਂ ਦੇ ਉੱਤੇ ਸਾਡੇ ਦੇ ਉੱਤੇ ਹਮਲਾ ਹੋ ਰਿਹਾ ਸੀਗਾ। ਗੁਰੂ ਦੇ ਅਦਬ ਦੇ ਵਿੱਚ ਫਰਕ ਆਇਆ, ਸ਼ਬਦ ਗੁਰੂ ਦੇ ਸਮਾਨਾਂਤਰ ਉਹਦੇ ਪੈਰਲਲ ਦੇਹਧਾਰੀ ਗੁਰੂਦਮ ਦੇ ਬੜੇ ਪ੍ਰਪੰਚ ਇੱਥੇ ਦਿੱਲੀ ਤਖਤ ਨੇ ਚਲਾਏ, ਜਿਹੜੇ ਅੰਗਰੇਜ਼ਾਂ ਦੇ ਵਕਤ ਤੋਂ ਚੱਲਦੇ ਸੀਗੇ। ਬਟ ਉਹ ਅੰਗਰੇਜ਼ਾਂ ਵਾਲੇ, ਜੋ ਅੰਗਰੇਜ਼ਾਂ ਨੇ ਫੈਨੋਮੇਨਾ ਘੜਿਆ ਸੀਗਾ ਸਿੱਖਾਂ ਦੇ ਸ਼ਬਦ ਗੁਰੂ ਦੀ ਬੇਅਦਬੀ ਕਰਨ ਦਾ, ਉਹਦੇ ਮੁਕਾਬਲੇ ਦੇਹਧਾਰੀ ਜਿਹੜੇ ਇਹ ਗੁਰੂਦਮ ਖੜੇ ਕਰਨ ਦਾ, ਉਹ ਜਦੋਂ ਇੱਥੇ ਵਿਪਰਵਾਦੀ ਹਕੂਮਤ ਆ ਗਈ ਦਿੱਲੀ ਦੇ ਤਖਤ ਤੇ, ਉਹਨਾਂ ਨੇ ਉਸੇ ਪਾਲਿਸੀ ਨੂੰ ਹੋਰ ਜ਼ੋਰ ਸ਼ੋਰ ਦੇ ਨਾਲ ਲਾਗੂ ਕੀਤਾ। ਤੇ ਉਹ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਨਕਲੀ ਨਿਰੰਕਾਰੀ ਸੀਗੇ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਗੁਰੂ ਦੀ ਸ਼ਾਨ ਨੂੰ ਘਟਾਉਣ ਦੇ ਲਈ ਯਤਨ ਕੀਤੇ। ਤੇ ਦੂਸਰਾ, ਜਿਹੜਾ ਗੁਰੂ ਖਾਲਸਾ ਪੰਥ ਹੈ, ਗੁਰੂ ਖਾਲਸਾ ਪੰਥ ਦੇ ਕਿਸ ਰੂਪ ਦੇ ਵਿੱਚ ਨਿਆਰੀ ਪਛਾਣ ਨੂੰ ਖਤਮ ਕਰਨ ਦੇ ਲਈ ਤੇ ਉਹਨਾਂ ਨੂੰ ਸਰੀਰਕ ਤੌਰ ਦੇ ਉੱਤੇ ਖਤਮ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਦਿੱਲੀ ਤਖਤ ਦੇ ਜਿਹੜੇ ਇੱਥੋਂ ਦੇ ਸੂਬੇਦਾਰ ਸੀਗੇ, ਚਾਹੇ ਉਹ ਦਰਬਾਰਾ ਹੋਵੇ, ਚਾਹੇ ਉਹ ਇੱਥੇ ਦੇ ਰਵੀਰੋ ਵਰਗੇ ਗਵਰਨਰ ਰਹੇ ਹੋਣ, ਚਾਹੇ ਬੇਅੰਤਾ ਰਿਹਾ ਹੋਵੇ, ਚਾਹੇ ਬਾਦਲ ਰਿਹਾ ਹੋਵੇ, ਜਿਹੜਾ ਵੀ ਇੱਥੇ ਦਿੱਲੀ ਤਖਤ ਦਾ ਸੂਬੇਦਾਰ ਨਵਾਬ ਬਣ ਕੇ ਆਣਾ ਹੈ, ਉਹਨੂੰ ਦਿੱਲੀ ਤਖਤ ਦੀ ਪਾਲਿਸੀ ਨਿਭਾਣੀ ਪੈਂਦੀ। ਉਹ ਸਾਰਿਆਂ ਨੇ ਇੱਕੋ ਚੀਜ਼ ਹੀ ਕੀਤੀ ਅੱਜ ਤੱਕ। ਤੇ ਤੀਸਰਾ, ਜਿਹੜਾ ਮਹਾਰਾਜ ਨੇ ਕਿਹਾ ਸੀਗਾ ਕਿ ਤੁਸੀਂ ਨਿਮਾਣੇ ਨਿਤਾਣੇ ਲਈ ਖੜਨਾ ਹੈ, ਤੇ ਜਦੋਂ ਇਹ ਪੰਜਾਬ ਦਾ ਖਿੱਤਾ ਦੇਖਦੇ ਹਾਂ, ਬੇਸ਼ੱਕ ਇਹ ਖਾਲਸਾ ਪੰਥ ਦੀ ਇੱਕ ਕਰਮ ਭੂਮੀ ਰਿਹਾ, ਖਾਲਸਾ ਪੰਥ ਦੀ ਇਹ ਪ੍ਰਗਟ ਹੋਣ ਦੀ ਭੂਮੀ ਰਿਹਾ, ਪਰ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਵਸਦੇ ਨੇ। ਇੱਥੋਂ ਦੇ ਜਿਹੜੇ ਕੁਦਰਤੀ ਸਾਧਨ ਨੇ, ਇੱਥੋਂ ਦੀ ਮਿੱਟੀ ਆ, ਇੱਥੋਂ ਦਾ ਪਾਣੀ ਆ, ਇੱਥੋਂ ਦੀ ਹਵਾ ਹੈ, ਇੱਥੋਂ ਦੇ ਜਿੰਨੇ ਤਰ੍ਹਾਂ ਦੇ ਵੀ ਕੁਦਰਤੀ ਸਾਧਨ ਨੇ, ਉਹਨਾਂ ਸਾਰਿਆਂ ਨੂੰ ਲੁੱਟਣ ਦੀ ਪਾਲਿਸੀ ਜੋ ਦਿੱਲੀ ਤਖਤ ਦੀ ਅੰਗਰੇਜ਼ ਹਕੂਮਤ ਵੇਲੇ ਰਹੀ ਸੀਗੀ, ਉਹ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਦੋਂ ਇਹ ਵਿਪਰਵਾਦੀ ਹਕੂਮਤ ਆਈ ਆ, ਉਹਨੇ ਉਹ ਹੋਰ ਜ਼ਿਆਦਾ ਤੇਜ਼ ਕਰ ਦਿੱਤੀ ਹੈ। ਦਰਿਆਈ ਪਾਣੀ ਸਾਡੇ ਲੁੱਟੇ ਗਏ, ਜ਼ਮੀਨਦੋਜ਼ ਪਾਣੀ ਨੂੰ ਵਰਤਣ ਦੇ ਲਈ ਇਸ ਤਰੀਕੇ ਦੀਆਂ ਫਸਲਾਂ ਦੀਆਂ ਭਾਅ ਦਿੱਤੇ ਗਏ ਕਿ ਉਹ ਆਪਾਂ ਖਤਮ ਹੀ ਕਰ ਚੱਲੇ ਹਾਂ, ਇਸ ਮਜਬੂਰੀ, ਇਸ ਗੁਲਾਮੀ ਅੰਦਰ ਚੱਲਦੇ ਹਾਂ।
तो हरेक तरीके दे नाल, चाहे आप एग्रो इंडस्ट्री की गल कर रही है, चाहे किसी भी इंडस्ट्री की गल कर रही है, चाहे इत्थे दे जिहड़े मनुखी स्रोत ने उन्हां दे शोषण की गल कर रही है, हर मसले दे विच दिल्ली तखत की पॉलिसी ये रही कि पंजाब की धरती ते इत्थों दे सारे वसिंदे उन्हां दा शोषण किया जाए। तो उन्हां दे हक्कां दे लई ये संघर्ष लड़िया गया। जो दरियाई पानियां लई हक लड़िया गया, वो कदे सिखां ने नहीं उहदे ते खेती करनी या पानी पीना सीगा, वो सारे पंजाब लई ही। जे राजधानी की गल सीगी जां जिन्ने भी पंजाब स्पैसिफिक इशू वो सारे ही पंजाबियां दे। तो ये खालसा पंथ संत जरनैल सिंह होना की अगवाई 1982 तो उदों इस संघर्ष च आया है, जदों पंजाब दीयां पोलीटिकल पार्टियां ਜਿਹੜੀਆਂ ਕੱਲੇ ਪੰਜਾਬ ਦੇ ਮੁੱਦਿਆਂ ਲਈ ਲੜਦੀਆਂ ਸੀਗੀਆਂ, ਚਾਹੇ ਉਹ ਲੈਫਟ ਦੀਆਂ ਹੋਣ ਚਾਹੇ ਸੈਕੂਲਰ ਹੋਣ। ਈਵਨ ਅਕਾਲੀ ਦਲ ਵੀ 82 ਤੱਕ ਆਂਦਾ ਪੰਜਾਬੀ ਪਾਰਟੀ ਬਣ ਗਿਆ ਸੀਗਾ, ਉਹ ਪੰਥ ਦੀ ਗੱਲ ਕਰਨੀ ਛੱਡ ਗਿਆ ਸੀਗਾ ਤੇ ਉਹ ਪਾਰਟੀਆਂ ਫੇਲ ਹੋ ਚੁੱਕੀਆਂ ਸੀਗੀਆਂ, ਉਹਨਾਂ ਕੋਲੋਂ ਪੰਜਾਬ ਦੇ ਇੰਟਰਸਟ ਬਚਾਏ ਨਹੀਂ ਜਾ ਰਹੇ ਸੀ। ਉਦੋਂ ਗੁਰੂ ਖਾਲਸਾ ਪੰਥ ਪੰਜਾਬੀਆਂ ਦੇ ਲਈ ਖੜਿਆ ਹੋਇਆ, ਬੇਸ਼ੱਕ ਉਸ ਦੀ ਆਪ ਦੀ ਇੱਕ ਵੱਖਰੀ ਫਾਈਟ ਚੱਲ ਰਹੀ ਸੀ। सो ये तिन्ने ही वजह जिहदे करके महाराज ने आपां नूं हुक्म लाया है, उस हुक्म के परखाई भाई सतपाल सिंह, भाई हरविंदर सिंह जां भाई रणजीत सिंह जिन्हां दी गल कीती जां जिन्ना भी ये सारा संघर्ष होया वो महाराज के दिते हुए आदर्श की पूर्ति के बाबत होया। वो आदर्श के तहत ही इत्थे असीं बेगमपुरे वर्गा समाज सिरजण के इच्छुक हैं, जिस समाज के विच सांझीवाल का बुनियादी नुकता होए, जिथे आपसी भाईचारा प्यार बुनियादी गल हो, जिथे न्याय दे लई ठोकरां ना खाणियां पैण, ऐसा समाज। ते ऐसे समाज नूं सही रूप च चलाउण दे लई जिहड़ा जरूरी बुनियादी धुरा हुंदा वो हलेमी राज हुंदा। हलेमी राज दे विच न्याय ते स्रोतां दी वंड सब तो बुनियादी चीज़ हुंदी आ, ते जो खालसे ने करके दस्सिआ। इत्थे गल होई न्याय दी, जिथे गुरु खालसा पंथ इस संघर्ष दे विच समुचे रूप दे विच पंजाब दे लई जां पंथ दे जो बनदे हक सीगे उन्हां दे न्याय मंगण लई नहीं, वो न्याय प्राप्त करन लई जूझ रहा सीगा, मंग नहीं रहा सीगा किसी को। जाबर कोलों न्याय मंग के नहीं लिया जाता, जाबर कोलों न्याय तलवार के जोर पर लिया जाता, तो उस न्याय के लिए लड़ रहा सीगा, ते कल्ला अपने न्याय के लिए नहीं लड़ रहा सीगा। जिहड़ा गुरु खालसा पंथ का संघर्ष है यही दुनिया के बाकी संघर्षों नालों फर्क है। जिथे कोई एक मनुख या एक ग्रुप या एक धड़ा अपनी राज की लालसा लिए लड़ रहा, वो सिखां का संघर्ष नहीं हो सकता। हो सकता वो बंदा दिखते रूप सिख हो। जिथे तुसी अपने धड़े तो अगे भी चले जाओ, अपनी कौम या अपनी कल्ले सभ्याचार नूं बचाउण लई लड़ रहे हो, वो भी पूर्ण तौर पर गुरमत के पैमाने से पूरा नहीं उतरता। गुरमत के पैमाने के उत्ते वो संघर्ष पूरा उतरना जिहड़ा सरबत के भले लिए लड़िया जाए। अपने भले लिए तो लड़ना ही लड़ना है, अपनी पछाण बचाने लिए तो लड़ना ही लड़ना है, पर नाल दूजियां लिए भी लड़ना है। तो लड़ते लड़ते ही दूजियां नूं अपने न्याय लई जूझदे होए दूजियां नूं भी न्याय देना है, तो ये करके रखाया। भाई सतपाल सिंह होना दे बारे, भाई सुखविंदर सिंह होनी, भाई दलीप सिंह होनी जिहड़े नाल विचरे वो बहुत बेहतर जानते। पंजाब के एक बड़े मशहूर आर्टिस्ट ने मैंने एक बार गल दसी, कहता भी असीं लायलपुर खालसा कॉलेज पढ़ते होंदे सीगे ते भाई सतपाल सिंह होनी उदों फेडरेशन के उत्ते बड़े आगू होंदे सीगे दुआबे दे। वो कहता पूरे दुआबे भर तो लोग अपनी समस्यावां लैके खालसा लायलपुर खालसा कॉलेज आते होंदे सीगे ते उत्थे दरबार लगदा हुंदा सीगा इंसाफ देण लई लोकां। ये साडा इंसाफ लोग आम लुगाई को इंसाफ देने का संघर्ष सीगा। जिथे दूजे को तलवार के जोर के उत्ते आपां अपना हक लैना है, उत्ते आम लोग नूं नाल दी नाल देना भी है ते दित्ता भी है। अज भी साडी ये जे आपां सिख राज की गल करते हैं, जे आपां 18वीं सदी दे विच भी जाइए, 18वीं सदी दे विच जिथे मिसलां इस धरती के उत्ते उस हलेमी राज नूं स्थापित करने लई लड़ रही सीगियां, अफगाना के खिलाफ लड़ रही सीगियां, वो मुगलों के खिलाफ मराठियों के खिलाफ लड़ रही सीगियां, पर नाल दी नाल 1753 उन्होंने गुरमता किया कि जिथे असीं उत्ते जरवाणियां नाल लड़ना उत्ते असीं आम लोगों के लिए राखी प्रबंध भी सिरजना। उन्होंने ऐलान किया कि असीं हरेक बशिंदे दी
ਉਹਦੇ ਅੱਖਰ ਗਵਾਂਢੀ ਤੋਂ, ਜਰਵਾਣੇ ਤੋਂ, ਚੋਰ ਤੋਂ ਤੇ ਜ਼ਾਲਮ ਅਹਿਲਕਾਰ ਤੋਂ ਅਸੀਂ ਰਾਖੀ ਕਰਾਂਗੇ। ਤੇ ਉਸ ਰਾਖੀ ਪ੍ਰਬੰਧ ਦੇ ਸਦਕਾ ਹੀ ਜਦੋਂ ਇਹ ਉੱਪਰ ਵਾਲੇ ਜਰਵਾਣਿਆਂ ਦਾ ਪ੍ਰਭਾਵ ਕਮਜ਼ੋਰ ਹੋਇਆ, ਪੰਜਾਬ ਦੀ ਜਿਹੜੀ ਰਾਜਧਾਨੀ ਲਾਹੌਰ ਹੈ, ਲਾਹੌਰ ਦੀ ਜਿਹੜੀ ਸਾਰੀ ਐਲੀਟ ਹੈ, ਜਿਹੜੀ ਸਿਵਲ ਸੁਸਾਇਟੀ ਹੁੰਦੀ ਜਿਹੜੀ ਪਰੇ ਹੈ, ਉਹ ਆਪ ਸਿੱਖਾਂ ਕੋਲ ਗਈ ਕਿ ਤੁਸੀਂ ਸਭ ਤੋਂ ਨਿਆਂਕਾਰੀ ਬੰਦੇ ਹੋ, ਸਾਡੇ ਤੇ ਰਾਜ ਕਰੋ। ਰਾਜ ਕਰਨ ਤੋਂ ਪਹਿਲਾਂ ਨਿਆਂ ਦਾ ਪੈਮਾਨਾ ਸਥਾਪਿਤ ਕਰਕੇ ਦੱਸਿਆ ਸਿੱਖਾਂ ਨੂੰ। ਅੱਜ ਇੱਥੇ ਹੀ ਸਾਡੀ ਖਤਰਾ ਕਿ ਸਾਡੇ ਕੋਲੋਂ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਸੀਗਾ, ਮਹਾਰਾਜ ਨੇ ਸਾਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਦੁਨਿਆਵੀ ਪ੍ਰਬੰਧ ਦੇ ਅਧੀਨ ਚੱਲਣ ਲਈ ਨਸ ਕਿਹਾ। ਹਰ ਪ੍ਰਬੰਧ ਆਪਣਾ ਸਿਰਜਣ ਦੀ ਗੱਲ ਕੀਤੀ ਸੀ। ਆਪਾਂ ਗੁਰੂ ਘਰ ਦੀ ਗੱਲ ਕਰਦੇ ਹਾਂ, ਨਿਸ਼ਾਨ ਸਾਹਿਬ ਪੁਰਾਣੇ ਵੇਲੇ ਉੱਥੇ ਲੱਗਦਾ ਸੀਗਾ ਜਿੱਥੇ ਕਿੱਥੇ 6 ਚੀਜ਼ਾਂ ਹੋਣ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਅਕਾਲ ਦੀ ਉਸਤਤ ਹੁੰਦੀ ਹੋਏ, ਜਿੱਥੇ ਨਿਆਸਰੇ ਦੇ ਲਈ ਸਰਾਂ ਹੋਏ, ਜਿੱਥੇ ਭੁੱਖੇ ਦੇ ਲਈ ਲੰਗਰ ਹੋਏ, ਜਿੱਥੇ ਰੋਗੀ ਦੇ ਲਈ ਸਫਾਖਾਨਾ ਹੋਏ, ਜਿੱਥੇ ਇੱਕ ਵਿਦਿਆ ਦਾ ਮੰਦਰ ਸਕੂਲ ਪਾਠਸ਼ਾਲਾ ਹੋਏ, ਤੇ ਜਿੱਥੇ ਨਤਾਣੇ ਦੇ ਲਈ ਕਿਲਾ ਹੋਏ, ਜਿੱਥੇ ਇਹ 6 ਚੀਜ਼ਾਂ ਹੋਣ, ਉੱਥੇ ਨਿਸ਼ਾਨ ਸਾਹਿਬ ਝੁਲਦਾ ਸੀਗਾ। ਇਸ ਇੰਡੀਪੈਂਡੈਂਟ ਪ੍ਰਬੰਧ ਸੀਗਾ ਸਿੱਖਾਂ ਦਾ। ਅੱਜ ਅਸੀਂ ਕੀ ਕਰ ਰਹੇ ਹਾਂ? ਅੱਜ ਅਸੀਂ ਇਸ ਹੀ ਜਿਹੜਾ ਇੱਕ ਜਰਵਾਣਾ ਪ੍ਰਬੰਧ ਹੈ, ਜਿਹੜਾ ਦੁਨੀਆ ਦੇ ਇੰਡੀਆ ਆਪਣੇ ਪੰਜਾਬ ਆਪਣੇ ਆਪ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਅਸੈਂਬਲੀ ਕੋ ਆਪਣੇ ਆਪ ਆਜ਼ਾਦ ਸੰਸਥਾ ਨਹੀਂ ਹੈ, ਜਿਹੜਾ ਸਾਨੂੰ ਭੁਲੇਖਾ ਹੈ। ਅਸੀਂ ਅਜੇ ਵੀ 1849 ਤੋਂ ਪਹਿਲਾਂ ਵਾਲੇ ਸਾਲ 'ਚ ਫਿਰਦੇ ਹਾਂ। 1849 ਤੋਂ ਪਹਿਲਾਂ ਸਾਡਾ ਇੱਥੇ ਆਜ਼ਾਦ ਰਾਜ ਸੀਗਾ। ਜੋ ਗੁਰੂ ਮਹਾਰਾਜ ਨੇ ਸਾਨੂੰ ਨੀਤੀ ਦਿੱਤੀ ਸੀਗੀ, ਉਸ ਨੀਤੀ ਦੇ ਤਹਿਤ ਸਰਬੱਤ ਦੇ ਭਲੇ ਲਈ ਤੇ ਗੁਰੂ ਖਾਲਸਾ ਪੰਥ ਦੀ ਸ਼ਾਨ ਬੁਲੰਦ ਕਰਨ ਦੇ ਲਈ ਅਸੀਂ ਹੁਕਮ ਕਰਦੇ ਸੀਗੇ। ਤੇ ਸਾਡੇ ਅਹਿਲਕਾਰ, ਚਾਹੇ ਉਹ ਫ੍ਰੈਂਚ ਸੀਗੇ, ਚਾਹੇ ਉਹ ਇੰਗਲਿਸ਼ ਸੀਗੇ, ਚਾਹੇ ਉਹ ਅਮਰੀਕਨ ਸੀਗੇ, ਚਾਹੇ ਉਹ ਡੋਗਰੇ ਸੀਗੇ, ਚਾਹੇ ਸਿੱਖ ਸੀਗੇ, ਚਾਹੇ ਹਿੰਦੂ ਸੀਗੇ, ਉਹ ਸਾਡੇ ਅਹਿਲਕਾਰ ਸਾਡੀ ਪਾਲਿਸੀ ਦੇ ਮੁਤਾਬਕ, ਜੋ ਗੁਰੂ ਖਾਲਸਾ ਪੰਥ ਦੀ ਤੈਅ ਪਾਲਿਸੀ ਆ, ਉਹਦੇ ਮੁਤਾਬਕ ਉਹ ਨਿਆਂ ਕਰਦੇ ਸੀ। ਤੇ ਉਹ ਪਾਲਿਸੀ ਅਕਾਲ ਤਖਤ ਸਾਹਿਬ ਤੋਂ ਤੈਅ ਹੁੰਦੀ ਸੀਗੀ। ਤੇ ਉਹਦੇ ਵਿੱਚ ਜੇ ਵੱਡੇ ਤੋਂ ਵੱਡਾ ਲਾਹੌਰ ਦਰਬਾਰ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਵੀ ਉਹ ਅਕਾਲ ਤਖਤ ਦੀ ਪਾਲਿਸੀ ਦੀ ਅਵਗਿਆ ਕਰਦਾ ਸੀਗਾ, ਤਾਂ ਉਸ ਦੀ ਵੀ ਪੁੱਛ ਪੜਤਾਲ ਹੋ ਜਾਂਦੀ ਸੀ, ਕਿਉਂਕਿ ਸਿਰਮੌਰ ਅਕਾਲ ਤਖਤ ਸਾਹਿਬ ਸੀਗਾ। ਇਹ ਜੋ ਦੁਨੀਆ ਦੇ ਦੁਨਿਆਵੀ ਪ੍ਰਬੰਧ ਹੈ, ਇਹਨਾਂ ਤੋਂ ਉੱਤੇ ਸੀਗਾ। ਅੱਜ ਇੱਦਾਂ ਨਹੀਂ ਹੈਗਾ। ਅੱਜ ਅੰਗਰੇਜ਼ਾਂ ਨੇ 1849 ਤੋਂ ਬਾਅਦ ਇਸ ਗੱਲ ਨੂੰ ਉਲਟੇ ਦਾ ਖੜਾ ਕੀਤਾ, ਸਿਰ ਭਾਰ। ਅੰਗਰੇਜ਼ਾਂ ਨੇ ਵੇਲੇ ਵੀ ਰਾਜੇ ਸੀਗੇ, ਬਟ ਨੀਤੀ ਬਣਾਉਣ ਦੀ ਤੇ ਉਹਨੂੰ ਲਾਗੂ ਕਰਨ ਦੀ ਤਾਕਤ ਉਹਨਾਂ ਨੇ ਅਫਸਰਸ਼ਾਹੀ ਨੂੰ ਦਿੱਤੀ। ਜਿਹੜੀ ਆ ਬਿਊਰੋਕ੍ਰੇਸੀ ਸਾਰੀ, ਚਾਹੇ ਉਹ ਸਿਵਲ ਦੀ ਆ, ਚਾਹੇ ਪੁਲਿਸ ਦੀ ਆ, ਜਿੰਨੀਆਂ ਵੀ ਸਾਰੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ, ਉਹਦੀ ਪਾਲਿਸੀ ਵੀ ਬਿਊਰੋਕ੍ਰੇਸੀ ਤੈਅ ਕਰਦੀ ਆ ਤੇ ਉਹਨੂੰ ਲਾਗੂ ਵੀ ਉਹ ਕਰਦੀ ਆ। ਇੱਥੇ ਇਹ ਨਹੀਂ ਹੈ ਕਿ ਤੁਸੀਂ ਅਸੈਂਬਲੀ ਦੇ ਵਿੱਚ ਬੈਠ ਜਾਣਾ ਹੈ ਤੇ ਜੋ ਤੁਸੀਂ ਕਹਿ ਦੇਣਾ ਹੋ ਜਾਣਾ। ਤੁਸੀਂ ਆ ਹੁਣ ਦੀਆਂ 2 ਐਗਜ਼ਾਮਪਲ ਦੇਖ ਲਓ ਪਿਛਲੇ 6 ਮਹੀਨੇ ਦੀਆਂ। ਹਾਲਾਂਕਿ ਬਿਊਰੋਕ੍ਰੇਸੀ ਦੀ ਆਪਸੀ ਲੜਾਈ ਦਾ ਨਤੀਜਾ ਇਹ ਕਿ ਸਮੇਤ ਸੈਣੀ ਨੂੰ ਹਵਾਲਾਤ ਦੇਖਣੀ ਪਈ, ਪਰ ਉਸ ਤੋਂ ਉੱਪਰ ਵਾਲੀ ਬਿਊਰੋਕ੍ਰੇਸੀ ਨੇ ਕੀ ਕਰਿਆ ਕਿ ਫਰਵਰੀ ਤੱਕ ਤੁਸੀਂ ਇਹਨੂੰ ਕੇਸ ਨਹੀਂ ਚਲਾ ਸਕਦੇ, ਤੇ ਤੁਹਾਡੀ ਮਰਜ਼ੀ ਨਹੀਂ ਹੈ। ਖੇਤੀ ਦੇ ਕਾਨੂੰਨ ਬਣੇ ਤੇ ਗੁਰਪਾਲ ਸਿੰਘ ਹੁਣੀ ਬੈਠੇ, ਸਟੇਟ ਸਬਜੈਕਟ, ਸੈਂਟਰ ਨੇ ਕਾਨੂੰਨ ਬਣਾ ਦਿੱਤਾ, ਵਿਧਾਨ ਸਭਾ ਨੇ ਆਪਣੀ ਪਾਵਰ ਵਰਤਦੇ ਹੋਏ ਉਹ ਕਾਨੂੰਨ ਰੱਦ ਕਰ ਦਿੱਤਾ। ਤੇ ਉਸ ਕਾਨੂੰਨ ਦੀ ਕੀ ਹੈਸੀਅਤ ਹੋਈ? ਉਹ ਗਵਰਨਰ ਨੇ ਅਜੇ ਤੱਕ ਪੜ੍ਹਿਆ ਵੀ ਨਹੀਂ ਹੈ। ਇਹ ਨਹੀਂ ਹੈ ਕਿ ਚੰਗੇ ਬੰਦੇ ਆਉਣ ਦੇ ਨਾਲ ਵਿਧਾਨ ਸਭਾ ਦੀ ਤਾਕਤ ਵੱਧ ਜਾਣੀ ਹੈ। ਵਿਧਾਨ ਸਭਾ ਦੀ ਤਾਕਤ ਉਹੀ ਹੈ ਜੋ ਅੱਜ ਹੈ। ਜਦੋਂ ਅਕਾਲੀ ਪਹਿਲੀ ਵਾਰ ਸਰਕਾਰ 'ਚ ਆਏ, ਉਦੋਂ ਉਹਨਾਂ ਨੂੰ ਵੀ ਇਹ ਭੁਲੇਖਾ ਸੀਗਾ ਜੋ ਅੱਜ ਸਾਡੇ ਬੰਦਿਆਂ ਨੂੰ ਭੁਲੇਖਾ ਹੈ ਕਿ ਅਸੀਂ ਆ ਕੇ ਖੌਰੇ ਪੰਜਾਬ ਲਈ ਕਿਆ ਕਰਦੇ ਹਾਂ। ਇੱਕ ਪੰਜਾਬੀ ਦਾ ਅਫੀਸ਼ੀਅਲ ਲੈਂਗੁਏਜ ਦਾ ਐਕਟ ਬਣਾਇਆ ਸੀਗਾ, ਉਹ ਵੀ ਲਾਗੂ ਨਹੀਂ ਕਰ ਰਿਹਾ। ਜਦ ਦੇਖਿਆ ਕਿ ਤਾਕਤ ਹੈ ਨਹੀਂ ਕੋਈ ਵੀ, ਜਦੋਂ ਦੂਜੀ ਵਾਰ ਸਰਕਾਰ ਆਉਣ ਲੱਗੀ, ਸਰਦਾਰ ਕਪੂਰ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਮੁੱਖ ਮੰਤਰੀ ਬਣ ਜਾਓ। ਉਹ ਕਹਿੰਦਾ ਮੁੱਖ ਮੰਤਰੀ ਦੀ ਕੁਰਸੀ 'ਚ
मेयर जिन्नी भी ताकत नहीं है भी मैं कुर्सी ते बैठ के बदनामी करानी अपनी। पहला ताकत लाओ। 73 अनंदपुर साहब मता पास किया, उस तो 2 साल पहला 71 च बटाले अकाली कांफ्रेंस हुई, जिस उन्होंने ये तय किया कि पहला आपां ਵੱਧ अधिकार ਲਈ स्ट्रगल करनी आ, वो मिलूगे तो राज करना। वो गल वक्री है कि स्ट्रगल लोग दम छड़ जाते हैं। हुण तुसीं मैनूं दसो कि जिन्ने अधिकार 71 च सीगे विधान सभा च, विधान सभावां कोल अज हैगे हो? अज सर सारे संविधान सेंटर कोल है, ते सेंटर कोल भी अगे सेंटर सरकार को होंदे सीगे, कैबिनेट को, वो भी पर्सनलाइज कर रहे हैं, वो भी कल्ले PM ऑफिस कोल। इंदिरा गांधी को आप मानने कि वो बहुत पावरफुल सेंट्रलाइज लीडर सी। ਉਹਦੇ ਵੇਲੇ PMO ਦੇ ਵਿੱਚ 4 ਅਫਸਰ ਸੀ। ਅੱਜ ਕਿੰਨੇ? 400। ਪਾਵਰ ਇੰਨੀ ਜ਼ਿਆਦਾ ਸੈਂਟਰਲਾਈਜ਼ ਹੋ ਗਈ ਆ। ਆਪਾਂ ਨੂੰ ਪਿਛਲੇ 100 ਸਾਲ ਦੇ ਵਿੱਚ ਜਿਹੜੇ ਆਪਾਂ ਰਾਹ ਮਿੱਥੇ ਆ ਇੱਥੋਂ ਦੇ ਲੋਕਾਂ ਦੀ ਭਲਾਈ ਦੇ ਵਾਸਤੇ, ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ, ਉਹਨਾਂ ਦੇ ਉੱਤੇ ਆਪਾਂ ਨੂੰ ਗੌਰ ਕਰਨ ਦੀ ਲੋੜ ਹੈ। सिर्फ ਇੰਨੀ ਗੱਲ नहीं है कि बंदे माड़े ने। ये ठीक है कि बंदियां ਦੀਆਂ ਲਾਲਸਾਵਾਂ ने ਲਾਲਸਾਵਾਂ करके स्ट्रगलां विकीਆਂ ने, पर सारे माड़े नहीं सी। सारे इस राह दे सही भी चले ने, पर नतीजे फिर भी नहीं हुए। तो इस करके राह सानू सोचण दी लोड़। मैं एक गल आखिरी कहनी है, वो ये कि जदों भी मैं निजी तौर के उत्ते जां कदे भी सिखां नूं किसी भी समस्यावां दे विच फसना सिखा ने, तो सानू अपने जो सुनहरी दौर है उन्हां पिछे जाना पैना कि उदों साडे बजुर्गां ने किस तरीके दे नाल समस्यावां हल कीतियां, किस तरीके दे प्रबंध सीगे। तो सिखां लई सब तो बेहतरीन समा मिसलां दा समा, उस तो बेहतर समा सिखां ने नहीं देखा। सब तो तकड़ी स्ट्रगल सिखां दी उसे वक्त हुई। मराठे मध्य भारत दे विच बहुत वड्डी फोर्स सीगे, 1.5 लाख फौज सीगी उन्हां कोल। अफगान अब्दाली की अगवाई बहुत बड़ी फोर्स सी सेंट्रल एशिया की। मुगल उस वक्त दुनिया के जोड़े 2 सब तो बड़े अंपायर से, या मुगल से या फिर उस्मानिया अंपायर जो तुर्की वाला वो से। तो एडियां 3 वड्डियां ताकतां दे नाल सिखां दी स्ट्रगल सी। तो उस वेले सिखां दी फॉर्मेशन किदां सी वो आपां नूं देखण दी बहुत लोड़ है। सिखां दे विच पोलीटिकल फील्ड दे विच 4 किस्म की फॉर्मेशन चलती सी। एक सिख सीगे जिन्होंने आप राठ सिख कहने, जिन्होंने गुरु खालसा पंथ के नुमाइंदा धिर कहते सीगे। वो सीगियां 11 मिसलां। उन्होंने मिसलों के भी 2 किस्म दी मिसलां सीगियां। एक मिसल सीगी मिसल शहीदां, या एक नहीं भी मिसल सीगी बुढ़ा दल। वो ऐसी मिसल सीगी जिहड़ी गुरु के आशे के परथाए सिर्फ निष्काम रह के स्ट्रगल करती सीगी। कोई भी दुनियावी अहुदा या किसी भी दुनियावी टैरेटरी के उत्ते वो राज नहीं करती सी। इसे करके अज सिर्फ ये 2 ही जथेबंदियां सिखां दी 18वीं सदी दियां ने जिहड़ियां जींदा ने, चाहे उन्होंने वो इतिहासक भूमिका नहीं निभाई, बट उन्होंने ही नाम बचे। ये जथेबंदियां का क्या काम सीगा? ये जथेबंदियां अकाल तख्त साहब के उत्ते इन्हां दी सेवा सी। ये जो पॉलिसी तय होंदी है ਉਹਦੇ ਨਿਗਰਾਨ धिर से अकाली फूला सिंह होए, बाबा दीप सिंह हो गए, बाबा गुरबख्श सिंह होनी हो गए। ये इस मिसल दे सीगे, ये मेक श्योर करते सीगे कि जो भी इस खिते ते राज कर रहा वो खालसे दे बोलबाले अनुसार करे, अपनी मर्जी अनुसार करे। ते दूजियां जिहड़ियां 11 मिसलां जो बाकी 10 मिसलां सीगियां वो कहदियां सीगियां कि असीं किसी दे अधीन ना कोई सूबेदारी लैनी है, ना कोई नवाबी लैनी है। असी अपना आजाद राज स्थापित करना। जे आजाद राज नहीं स्थापित कर सकते तो बागी होकर लड़ना, तो जिन्ना को लोगों को न्याय दे सकते हो देना। बाकी सारिया 10 मिसलां इस कैटेगरी से, पर इस तो बिना भी बहुत सारे सिख से। ये 11 मिसलां च रला के 30,000 सिख सीगा। दूजियां च ज्यादा से। सब तो बड़ी मिसल जो सब तो बड़े इलाके के राज सीगा वो फूलकिया मिसल सी। वो भी अमृतधारी सीगा, पर वो पंथ का हिस्सा। वो जो गुरमता होंदा सीगा उदों नहीं आ सकता।
ਉਹ ਇਸ ਕਰਕੇ ਨਾ ਸਾ ਸਕਦਾ ਕਿ ਉਹ ਜਿਹੜੀ ਮਹਾਰਾਜ ਦੇ ਪੰਥ ਨੂੰ ਇੱਕ ਹੁਕਮ ਲਾਇਆ ਕਿ ਪੰਥ ਨੇ ਸੁਤੰਤਰ ਵਿਚਰਨਾ, ਕਿਸੇ ਦੇ ਅਧੀਨ ਨਹੀਂ ਵਿਚਰਨਾ। ਉਹਦੀਆਂ ਲੱਤਾਂ ਚੈਨਾਂ ਤਾਣਦਾ, ਉਹ ਸੂਬੇਦਾਰੀ ਕਰਦਾ ਸੀਗਾ। ਜਦੋਂ ਇੱਥੇ ਮਿਸਲਾਂ ਦਾ ਜ਼ੋਰ ਹੁੰਦਾ ਸੀਗਾ ਉਹ ਮਿਸਲਾਂ ਨੂੰ ਆਪਣੇ ਹਾਕਮ ਮੰਨ ਲੈਂਦਾ ਸੀਗਾ, ਜਦੋਂ ਮੁਗਲਾਂ ਦਾ ਜ਼ੋਰ ਹੁੰਦਾ ਸੀਗਾ ਉਹਨੇ ਮੁਗਲਾਂ ਨੂੰ ਹਾਕਮ ਮੰਨ ਲਿਆ, ਜਦੋਂ ਅਫਗਾਨਾਂ ਦਾ ਜ਼ੋਰ ਹੋਇਆ ਉਹਨੇ ਅਫਗਾਨਾਂ ਨੂੰ ਮੰਨ ਲਿਆ। ਉਹਦੇ ਲਈ ਉਹ ਇਲਾਕੇ ਤੇ ਆਪਣੀ ਸੱਤਾ ਬਚਾਉਣੀ ਇੰਪੋਰਟੈਂਟ ਗੱਲ ਸੀ। ਅੱਜ ਵੀ ਆਪਣੇ ਕੋਲ ਇਦਾਂ ਦੇ ਬਹੁਤ ਸਾਰੇ ਸਿੱਖ ਹੈ ਕਿ ਜਿੰਨੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਇਦਾਂ ਦੀਆਂ ਬਾਦਲ ਨਾਲ ਜਿੰਨੇ ਵੀ ਵੋਟਾਂ ਵਾਲੇ ਉਹ ਇਹੀ ਮੰਨੋ। ਇਸ ਤੋਂ ਬਿਨਾਂ ਵੀ ਇੱਕ ਸਿੱਖ ਸੀ ਜਿਹੜੇ ਸਿੱਖ ਝੰਡੇ ਤੇ ਵੀ ਨਹੀਂ ਲੜਦੇ ਸੀਗੇ, ਉਹ ਵੀ ਸੀਗੇ। ਉਹਨਾਂ ਦੇ ਵਿੱਚ ਦੀਵਾਨ ਕੌੜਾ ਮੱਲ ਸੀਗੇ, ਉਹ ਮੁਲਤਾਨ ਦੇ ਗਵਰਨਰ ਵੀ ਰਹੇ, ਉਹ ਬਹੁਤ ਵੱਡੇ ਨਵਾਬ, ਵੱਡੀਆਂ ਅਹੁਦੇਦਾਰੀਆਂ ਰਹੀਆਂ ਉਹਨਾਂ ਕੋਲ। ਉਹ ਸਿੱਧੇ ਹੀ ਅਹਿਲਕਾਰ ਸੀਗੇ ਮੁਗਲਾਂ ਦੇ, ਪਰ ਉਹਨਾਂ ਨੇ ਉੱਥੇ ਰਹਿ ਕੇ ਵੀ ਜਿੰਨਾ ਕੁ ਕਰ ਸਕੇ ਉਹਨਾਂ ਨੇ ਸਿੱਖਾਂ ਦਾ ਬੜਾ ਫਾਇਦਾ ਕੀਤਾ। ਅੱਜ ਸਾਡੇ ਕੋਲੋਂ ਇਹ 4 ਕੈਟਾਗਰੀਆਂ ਪਛਾਣ ਨਹੀਂ ਹੋ ਰਹੀਆਂ। ਜਿਹੜੇ ਚਰਖੀਆਂ ਦੇ ਚੜੇ ਉਹਨਾਂ ਦਾ ਆਪਾਂ ਅਰਦਾਸ ਨਾਂ ਲੈਂਦੇ ਹਾਂ, ਭਾਈ ਸਵੇਕ ਸਿੰਘ ਹੋਣਾ, ਪਰ ਭਾਈ ਸਵੇਕ ਸਿੰਘ ਕਿਉਂਕਿ ਲਾਹੌਰ ਦਰਬਾਰ ਦੇ ਅਹਿਲਕਾਰ ਸੀਗੇ, ਇਸ ਕਰਕੇ ਜਦੋਂ ਗੁਰੂ ਖਾਲਸਾ ਪੰਥ ਦੀ ਇਕੱਤਰਤਾ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੈਨੂੰ ਤਨਖਾਹ ਲਾਉਣੀ ਪੈਣੀ ਪਹਿਲਾਂ, ਤਾਂ ਤੂੰ ਆ ਕੇ ਸਾਡੇ ਨਾਲ ਗੱਲ ਵੀ ਕਰ ਸਕਦਾ। ਅੱਜ ਸਾਡੇ ਇਹ ਪ੍ਰੋਬਲਮ ਹੈ ਕਿ ਕੋਈ ਜਿਹੜਾ ਦੀਵਾਨ ਕੌੜਾਮੱਲ ਵਾਂਗੂ ਕਿਸੇ ਨੌਨ ਸਿੱਖ ਪਾਰਟੀ 'ਚ ਰਹਿ ਕੇ ਲੜ ਰਿਹਾ ਉਹ ਵੀ ਪੰਥ, ਜਿਹੜਾ ਅਕਾਲੀ ਫੂਲਾ ਸਿੰਘ ਵਾਂਗੂ ਸਾਰਿਆਂ ਨੇ ਆਪਣਾ ਬਾਦਸ਼ਾਹ ਮੰਨਣ ਨੂੰ ਤਿਆਰ ਹੈ। ਉਹ ਦੱਸਦੇ ਵੀ ਉਹਦੇ ਕੋਲ 2 ਮੋਹਰਾਂ ਹੁੰਦੀਆਂ ਸੀਗੀਆਂ, ਤੇ ਜਦੋਂ ਮਿਸਲਾਂ ਦਾ ਰਾਜ ਹੋ ਗਿਆ ਉਹਨੇ ਅਕਾਲ ਸਹਾਇ ਲਾਉਣ ਲੱਗ ਜਾਣੀ, ਜਦੋਂ ਆਜ਼ਾਦੀ ਦਾ ਰਾਜ ਹੋਇਆ ਉਹਨੇ ਸੁਲਤਾਨ ਸਹਾਇ ਲਾਉਣ ਲੱਗ ਜਾਣੀ। ਹੁਣ ਜਿੰਨੇ ਸਾਰੇ ਚੰਡੀਗੜ੍ਹ ਦੇ ਤੁਸੀਂ ਸੂਬੇਦਾਰ ਬਣਾਣੇ, ਮੁੱਖ ਮੰਤਰੀ ਬਣਾਣੇ, ਉਹਨਾਂ ਨੂੰ ਤਾਂ ਇੰਡੀਆ ਦੇ ਤਖਤ ਦੀ ਮੋਹਰ ਲਾਣੀ ਪੈਣੀ। ਉਹ ਵੀ ਕਹਿੰਦੇ ਅਸੀਂ ਪੰਥ ਦੇ ਸਭ ਤੋਂ ਵੱਡੇ ਸੇਵਾਦਾਰ। ਜਿਹੜੀਆਂ ਦੂਜੀਆਂ 2 ਮਿਸਲਾਂ ਜਿਨ੍ਹਾਂ ਦੇ ਵਿੱਚ ਮੈਂ ਕਹਿੰਦਾ ਕਿ ਬਹੁਤ ਪਵਿੱਤਰ ਜਜ਼ਬਾ ਹੋ ਸਕਦਾ ਕਿ ਆਪਾਂ ਗੁਰੂ ਖਾਲਸਾ ਪੰਥ ਦੇ ਮੁਤਾਬਕ ਇੱਥੇ ਹਲੇਮੀ ਰਾਜ ਸਥਾਪਿਤ ਕਰਨਾ, ਪਰ ਉਹ ਜਿਹੜਾ ਰਸਤਾ ਬਣਿਆ ਹੋਇਆ ਉਹ ਤਾਂ ਸੂਬੇਦਾਰੀ ਵਾਲਾ, ਉਹ ਤੋਂ ਰਾਜ ਬਣ ਹੀ ਨਹੀਂ ਸਕਦਾ ਹੈ ਕਦੇ। ਮੈਂ ਇਹ ਨਹੀਂ ਕਹਿੰਦਾ ਕਿ ਉਹਦੀ ਕੋਈ ਭੂਮਿਕਾ ਨਹੀਂ, ਉਹਨਾਂ ਦੀ ਨਿਸ਼ਚਿਤ ਤੌਰ ਤੇ ਭੂਮਿਕਾ, ਜਿਹਦਾ ਦੀਵਾਨ ਕੌੜਾਮੱਲ ਸਿੰਘ ਉਹਨਾਂ ਦੀ ਵੀ ਸੀਗੀ, ਬਾਬਾ ਆਲਾ ਸਿੰਘ ਦੀ ਵੀ ਸੀਗੀ, ਕਿਉਂਕਿ ਬਾਬਾ ਆਲਾ ਸਿੰਘ ਨੇ ਜਦੋਂ ਵੱਡਾ ਘੱਲੂਘਾਰਾ ਹੋਇਆ ਉਦੋਂ ਬੜੀ ਮਦਦ ਕੀਤੀ। ਸਾਰਿਆਂ ਦੀ ਆਪੋ ਆਪਣੀ ਭੂਮਿਕਾ, ਪਰ ਚੱਕਰ ਕਿਆ ਹੈ ਕਿ ਜਿਹੜਾ ਜਿੱਥੇ ਖੜਾ ਹੈ ਉਹ ਉਦੋਂ ਉੱਪਰ ਵਾਲੇ ਖਾਨੇ 'ਚ ਆਪਣੇ ਆਪ ਨੂੰ ਲਿਆਇਆ ਜਾਂਦਾ ਹੈ। ਅੱਜ ਜਿਹੜੀ ਮੇਰੇ ਤੋਂ ਪਹਿਲਾਂ ਸੁਖਦੇਵ ਸਿੰਘ ਹੁਣੀ ਗੱਲ ਕਰਦੇ ਸੀਗੇ, ਉਹ ਇਸੇ ਨਤੀਜੇ ਕਰਕੇ ਹੋ ਰਹੀ ਹੈ। ਜਿੰਨੇ ਵੀ ਸਿੱਖ ਮੂਵਮੈਂਟ ਦੇ ਨਾਲ ਇਸ ਮੂਵਮੈਂਟ ਦਾ ਹਿੱਸਾ ਰਹੇ, ਉਹਨਾਂ ਦੇ ਮੈਂ ਨਾਲ ਪਿਛਲੇ 15, 16, 17 ਸਾਲ ਤੋਂ ਜ਼ਿਆਦਾ ਮੈਂ ਐਕਟਿਵ ਹਾਂ, ਉਹਨਾਂ ਦੇ ਨਾਲ ਹੀ ਵਿਚਰਿਆ ਤੇ ਉਹਨਾਂ ਦੇ ਨਾਲ ਰਹਿ ਕੇ ਮੈਨੂੰ ਇੰਨਾ ਪਤਾ ਹੈ ਜਦੋਂ ਉਹਨਾਂ ਦਾ ਸਟੇਜ ਤੋਂ ਨਾਂ ਲਿਆ ਜਾਂਦਾ ਉਹਨਾਂ ਨੂੰ ਸੰਗ ਲੱਗਦਾ, ਤੇ ਜਿਹਨੇ ਕੱਖ ਵੀ ਨਹੀਂ ਕੀਤਾ ਹੁੰਦਾ ਕਿ ਉਹ ਸਭ ਤੋਂ ਮੂਹਰੇ ਆ ਕੇ ਇਹ ਦਾਅਵਾ ਕਰ ਰਿਹਾ ਹੁੰਦਾ ਕਿ ਮੈਂ ਕੀਤਾ ਹੀ ਮੈਂ। ਤੇ ਮੈਂ ਨਾਲ ਵਿਚਰ ਕੇ ਵੀ ਦੇਖਿਆ ਤੇ ਪਬਲਿਕ ਭਾਸ਼ਣਾਂ 'ਚ ਵੀ ਦੇਖਿਆ, ਜਿੰਨੇ ਬੰਦੇ ਮੂਵਮੈਂਟ 'ਚ ਰਹੇ ਉਹ ਇੱਦਾਂ ਕਦੇ ਦਾਅਵਾ ਨਹੀਂ ਕਰਦੇ। ਉਹ ਮੈਂ ਇਹੀ ਜਾਣਦਾ ਕਿ ਉਹ ਇੰਨੇ ਕੀ ਅਰਦਾਸ ਕਰਦੇ ਕਿ ਅਸੀਂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਤੋਂ ਸੇਵਾ ਲੈ। ਇਹਦਾ ਕਬੀਰ ਜੀ ਦਾ ਸ਼ਬਦ ਵੀ ਹੈਗਾ ਨਾ ਕਿ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੇ ਸੇ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਅੱਜ ਜਿਹੜੇ ਦੂਜੇ ਬੰਦੇ ਆ ਜਿਹੜੇ ਇਸ ਸੰਘਰਸ਼ ਦੇ ਉੱਤੇ ਇਸ ਤੌਹਮਤਾਂ ਲਾ ਰਹੇ ਆ, ਉਹ ਇਸ ਗੱਲੋਂ ਬਹੁਤ ਝੁਝਲਾਏ ਹੋਏ ਆ ਕਿ ਪੰਥ ਹੋਣ ਦਾ ਦਾਅਵਾ ਤਾਂ ਅਸੀਂ ਪਿਛਲੇ 15 ਸਾਲ ਤੋਂ ਸਭ ਤੋਂ ਅੱਗੇ ਹੋ ਕੇ ਕਰ ਰਹੇ ਹਾਂ। ਅਹੁਦੇ ਵੀ ਸਾਡੇ ਕੋਲ, ਜਥੇਬੰਦੀਆਂ ਵੀ ਸਾਡੇ ਕੋਲ, ਤੇ ਇਹ ਘਰ ਬੈਠਿਆਂ ਵੀ ਲੋਕ ਮਾਨਤਾ ਕਰੀ ਜਾਂਦੇ ਨੇ, ਪਰ ਉਹ ਇਹ ਨਹੀਂ ਜਾਣਦੇ ਕਿ ਇਸ ਸੰਘਰਸ਼ ਦੇ ਵਿੱਚ ਸ਼ਹੀਦਾਂ ਦਾ ਮਣਾ ਮੂੰਹੀ ਖੂਨ ਹੈ ਜਿਹੜਾ ਇਸ ਸੰਘਰਸ਼ ਦੀਆਂ ਨੀਹਾਂ 'ਚ ਪਿਆ ਹੋਇਆ। ਉਸ ਖੂਨ ਦੇ ਸਦਕਾ, ਉਸ ਪਵਿੱਤਰ ਖੂਨ ਦੇ ਸਦਕਾ ਇਸ ਸੰਘਰਸ਼ ਦਾ ਵੀ ਤੇ ਇਸ ਸੰਘਰਸ਼ ਦੇ ਨਾਇਕਾਂ ਦਾ ਰੁਤਬਾ ਬੁਲੰਦ ਹੋਣਾ ਹੀ ਹੋਣਾ। ਉਹਨੂੰ ਧੁੰਦਲਾ ਨਹੀਂ ਕੀਤਾ ਜਾ ਸਕਦਾ।
मैं 2004 ਤੋਂ ਦੇਖ ਰਿਹਾ 2004 ਤੋਂ ਜਦੋਂ ਸ਼ਹਾਦਤ ਦੇ ਬਾਰੇ ਸ਼ਹੀਦਾਂ ਦੇ ਬਾਰੇ ਸਟਰਗਲ ਦੇ ਬਾਰੇ ਸੰਤ ਜਰਨੈਲ ਸਿੰਘ ਉਹਨਾਂ ਦੇ ਬਾਰੇ ਕੋਈ ਗੱਲ ਕੀਤੀ ਜਾਂਦੀ ਸੀਗੀ ਬਹੁਤਾ ਲੋਕ ਸਾਡੀ ਸੁਸਾਇਟੀ ਦਾ ਵੱਡਾ ਹਿੱਸਾ ਡਰ ਕਰਕੇ ਸੁਣਨਾ ਨਹੀਂ ਚਾਹੁੰਦਾ ਸੀਗਾ ਚਾਹੇ ਉਹਨਾਂ ਦੇ ਮਨ 'ਚ ਬਹੁਤ ਸਤਿਕਾਰ ਸੀ। ਅਸੀਂ ਫਤਿਹਗੜ੍ਹ ਸਾਹਿਬ ਫੈਡਰੇਸ਼ਨ ਦੀ ਕਾਨਫਰੰਸ ਕੀਤੀ ਦਸੰਬਰ ਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੇ ਜੀਵਨੀ ਦੇ ਉੱਤੇ 3-4 ਕਿਤਾਬਾਂ ਆਈਆਂ ਸੀਗੀਆਂ ਉਦੋਂ ਇੱਕ ਉਹਨਾਂ ਦੀ ਸੀਡੀ ਸੀਗੀ ਉਹਨਾਂ ਦੇ ਭਾਸ਼ਣਾਂ ਦੀ ਉਹ ਵੇਚਣ ਦੀ ਸਟਾਲ ਲਾਈ ਜਿਹਨੇ ਕੋਈ ਬੰਦਾ ਲੈਣ ਨਹੀਂ ਆਇਆ ਹਨੇਰਾ ਲੱਥਦੇ ਹੀ 3-4 ਹਜ਼ਾਰ ਉਹ ਪੀਸ ਵਿਕੇ ਮਨ ਸਤਿਕਾਰ ਬਹੁਤ ਸੀਗਾ ਪਰ ਸਰਕਾਰ ਦੇ ਜ਼ਬਰ ਕਰਕੇ ਡਰ ਸੀ ਪਰ ਉਹ ਡਰ ਹੁਣ ਲਗਾਤਾਰ ਚੱਕ ਹੁੰਦਾ ਜਾ ਰਿਹਾ ਤੇ ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਤੇ ਜਿਹੜੇ ਪੁਰਾਣੇ ਆ ਉਹਨਾਂ ਨੇ ਵੀ ਇਹ ਜਿੰਨੇ ਉਸ ਵੇਲੇ ਇਹ ਪੰਥ ਦਾ ਦਾਅਵਾ ਕਰਨ ਵਾਲੇ ਸੀਗੇ ਜਿਹੜੇ ਸੂਬੇਦਾਰੀ ਦੀਆਂ ਲੜਾਈਆਂ ਜਿਹਨੇ ਪਹਿਲਾਂ ਵੀ ਸੀਗੇ ਅੱਜ ਵੀ ਆ ਉਹਨਾਂ ਦੇ ਜਦੋਂ ਅਮਲ ਦੇਖ ਰਹੇ ਉਹ ਵੀ ਹੁਣ ਉਸ ਮੂਵਮੈਂਟ ਦੇ ਬਾਰੇ ਉਸ ਮੂਵਮੈਂਟ ਦੇ ਨਾਇਕਾਂ ਦੇ ਬਾਰੇ ਜਾਣਨਾ ਚਾਹਦੇ ਬਹੁਤ ਕਿਉਰਿਓਸਿਟੀ ਹੈ ਔਰ ਇਸ ਕਿਸਾਨੀ ਸੰਘਰਸ਼ ਨੇ ਉਸ ਕਿਉਰਿਓਸਿਟੀ ਨੂੰ ਹੋਰ ਵਧਾ ਦਿੱਤਾ ਜਿੱਦਾਂ ਜਿੱਦਾਂ ਕਿਸਾਨੀ ਸੰਘਰਸ਼ ਲੰਬਾ ਹੋਈ ਜਾਣਾ ਜਾਂ ਇਹਨਾਂ ਦੀ ਲੀਡਰਸ਼ਿਪ ਹੈ ਜਿਹੜੀ ਉਹ ਖੜੋਤ ਦੇ ਵਿੱਚ ਹੈ ਜਿਹੜੀ ਹੁਣ ਫੈਸਲਾ ਨਹੀਂ ਲੈ ਪਾ ਰਹੀ ਉਹਦੇ ਚੱਲਦਿਆਂ ਉਸ ਸੰਘਰਸ਼ ਬਾਰੇ ਜਾਣਨ ਦੀ ਉਹ ਹੋਰ ਬਹੁਤ ਜ਼ਿਆਦਾ ਕਿਉਰਿਓਸਿਟੀ ਬਣ ਗਈ। ਇਸ ਗੱਲ ਤੋਂ ਸਰਕਾਰ ਵੀ ਬਹੁਤ ਚਿੰਤਤ ਹੈ ਕਿ ਜਿਹੜੇ ਮਾਰ ਖਪਾ ਦਿੱਤੇ ਸੀਗੇ ਜਿਨ੍ਹਾਂ ਦੇ ਬਾਰੇ ਲੋਕਾਂ ਦੇ ਮਨ ਦੇ ਵਿੱਚ ਡਰ ਪਾਤਾ ਸੀਗਾ ਅੱਜ ਉਹ ਦੁਬਾਰਾ ਲੋਕਾਂ ਦੇ ਮਨ ਦੇ ਸਭ ਤੋਂ ਅੰਦਰੂਨੀ ਕੋਨੇ ਦੇ ਵਿੱਚ ਫਿਰ ਕਿੰਨਾ ਜਗ੍ਹਾ ਬਣਾ ਲਿਆ ਤੇ ਨਾਲ ਦੀ ਨਾਲ ਉਹਨਾਂ ਦੇ ਵੀ ਬਹੁਤ ਡਰ ਹੈ ਜਿਹੜੇ ਪਿਛਲੇ 15-20 ਸਾਲ ਤੋਂ ਪੰਥ ਦਾ ਮਖੌਟਾ ਲਾ ਕੇ ਸੂਬੇਦਾਰੀ ਦੀਆਂ ਲੜਾਈਆਂ ਲੜਦੇ ਆ ਰਹੇ ਤੇ ਹੁਣ ਹੋ ਕਿਆ ਰਿਹਾ ਹੁਣ ਉਹ ਹੋ ਰਿਹਾ ਵੀ ਜੋ ਸਰਕਾਰ ਪਹਿਲਾਂ ਕਰਦੀ ਆਈ ਅਸੀਂ ਕਿਹਾ ਭਾਈ ਇਹ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਇਹ ਕਤਲੇਆਮ ਹੈ ਸਰਕਾਰ ਨੇ ਆਪਣੇ ਮੀਡੀਆ ਰਾਹੀਂ ਆਪਣੀਆਂ ਯੂਨੀਵਰਸਿਟੀਆਂ ਰਾਹੀਂ ਸਾਰਾ ਜ਼ੋਰ ਲਾਤਾ ਇਹ ਸਾਬਤ ਕਰਨ ਕਿ ਇਹ ਦੰਗੇ ਇੱਥੇ ਸਰਕਾਰ ਨੇ ਜ਼ੋਰ ਲਾਇਆ ਵੀ ਇਹ ਅੱਤਵਾਦੀ ਹੈ ਲੋਕਾਂ ਨੇ ਉਹਨਾਂ ਨੂੰ ਖੜਕੂ ਹੀ ਮੰਨਿਆ ਸਰਕਾਰ ਨੇ ਸਾਰਾ ਜ਼ੋਰ ਲਾ ਦਿੱਤਾ ਇਸ ਸੰਘਰਸ਼ ਨੂੰ ਲੋਕ 2 ਲੱਖਾਂ ਦੇ ਨਾਲ ਯਾਦ ਕਰਦੇ ਜਦ ਖਾਲਿਸਤਾਨ ਲਹਿਰ ਕਹਿਣਗੇ ਜਾਂ ਖਾੜਕੂ ਸੰਘਰਸ਼ ਹੁਣ ਪਿਛਲੇ ਦਿਨਾਂ ਤੋਂ ਸਰਕਾਰ ਦਾ ਸਾਰਾ ਜ਼ੋਰ ਲੱਗਿਆ ਹੋਇਆ ਤੇ ਆਪਣੇ ਕੁਝ ਭਰਾ ਉਸ ਪਹਾੜੀ ਦਾ ਰਸਤਾ ਬਣ ਰਹੇ ਆ ਆਪਣੀਆਂ ਨਿੱਜੀ ਲਾਲਸਾਵਾਂ ਜਾਂ ਕਮਜ਼ੋਰੀਆਂ ਕਰਕੇ ਸਰਕਾਰ ਇਹ ਟਰਾਈ ਕਰ ਰਹੀ ਆ ਵੀ ਇਹ ਗੱਲ ਸਥਾਪਿਤ ਹੋ ਜਾਵੇ ਇਹ ਭਰਾ ਮਾਰੂ ਜੰਗ ਸੀ ਇਸ ਗੱਲਾਂ ਸਥਾਪਿਤ ਨਹੀਂ ਹੋਣੀਆਂ ਹੈ ਕਦੇ ਵੀ ਝੂਠ ਕਦੇ ਸਥਾਪਿਤ ਨਹੀਂ ਹੋਣਾ ਜਦ ਜਿਸ ਬੰਦੇ ਬਾਰੇ ਤੁਸੀਂ ਇਹ ਕਹਿ ਰਹੇ ਕਿ ਇਸ ਨੇ ਜੀ ਆਹ ਕਰ ਦਿੱਤਾ ਉਹ ਕਰ ਦਿੱਤਾ ਜਦ ਉਹਦੇ ਇਹ ਕਾਰਨਾਮੇ ਸਾਹਮਣੇ ਆਣੇ ਆ ਕਿ ਭਾਈ ਇਸ ਧਿਰ ਨੇ ਜਨਰਲ ਵੈਦਿਆ ਸੋਧਿਆ ਇਸ ਧਿਰ ਨੇ ਅਰਜਨ ਦਾਸ ਸੋਧਿਆ ਇਸ ਧਿਰ ਨੇ ਧਰਮਦਾਸ ਸ਼ਾਸਤਰੀ ਸੋਧਿਆ ਇਸ ਧਿਰ ਨੇ ਬਿਆੰਤਾ ਬੁੱਚੜ ਸੋਧਿਆ ਇਸ ਧਿਰ ਨੇ ਗੋਬਿੰਦ ਰਾਮ ਵਰਗੇ ਜਾਵਰ ਸੋਧੇ ਜਦ ਉਹ ਸਾਰੀਆਂ ਗੱਲਾਂ ਸਾਹਮਣੇ ਆਣੇ ਸਮਝ ਆ ਜਾਣੀ ਕਿ ਇਹ ਲੜਾਈ ਕੌਣ ਲੜ ਰਿਹਾ ਸੀ ਸੋ ਆਪਾਂ ਨੂੰ ਬਹੁਤ ਚਿੰਤਤ ਹੋਣ ਦੀ ਲੋੜ ਨਹੀਂ ਆਖਰੀ ਗੱਲ ਇਹ ਮੈਂ ਕਹਿੰਦਾ ਕਿ ਸ਼ਹੀਦ ਸਦਾ ਸਿੱਖ ਪੰਥ ਦੇ ਸੰਬੰਧ ਦੇ ਵਿੱਚ ਮੈਂ ਕਹਾਂ ਕਿ ਉਹ ਸਰਮਾਇਆ ਹੁੰਦੇ ਸਦਾ ਇੱਕ ਅੰਗਰੇਜ਼ ਦੀ ਲਿਖਤ ਹੈ 1780 ਦੇ ਆਸ-ਪਾਸ ਦੀ ਉਹ ਕਿਉਂਕਿ ਪੱਛਮ ਚੋਂ ਆਏ ਸੀਗੇ ਜਿਹੜਾ ਰਾਜ ਕਰਨ ਵਾਲਾ ਬੰਦਾ ਹੁੰਦਾ ਜਿਹਦੀ ਕੱਲੀ ਰਾਜ ਕਰਨ ਦੀ ਲਾਲਸਾ ਹੁੰਦੀ ਉਹਨੂੰ ਸਿੱਖ ਨਹੀਂ ਸਮਝ ਆ ਸਕਦੇ ਚਾਹੇ ਉਹ ਸਾਡੇ ਚੋਂ ਹੀ ਹੋਣ ਬੰਦੇ ਉਹ ਹੁਣ ਰਾਜ ਕਰਨ ਦੀ ਲਾਲਸਾ ਵਾਲੇ ਬੰਦੇ ਸੀਗੇ ਉਹ ਕਹਿੰਦਾ ਇਹ ਬੜੇ ਅਜੀਬ ਬੰਦੇ ਕਹਿੰਦਾ ਇਹਨਾਂ ਦੇ ਨਾਲ ਦਾ ਇੱਕ ਬੰਦਾ ਜੰਗ 'ਚ ਸ਼ਹੀਦ ਹੋ ਜਾਏ ਇਹ ਕਹਿੰਦਾ ਖੁਸ਼ੀ ਜਕਾਰੇ ਲਾਉਣ ਲੱਗ ਜਾਂਦੇ ਦੁਨੀਆ ਦੀਆਂ ਸਾਰੀਆਂ ਫੌਜਾਂ ਦੇ ਵਿੱਚ ਨਾਲ ਦਾ ਫੌਜੀ ਮਾਰਿਆ ਜਾਏ ਤਾਂ ਅਫਸੋਸ ਹੁੰਦਾ ਕਹਿੰਦਾ ਇਹ ਖੁਸ਼ੀ ਜਕਾਰੇ ਲਾਉਣ ਲੱਗ ਜਾਂਦੇ ਉਹ ਗੋਰੇ ਨੂੰ ਨਹੀਂ ਸਮਝ ਆ ਸਕਦੀ ਵੀ ਕਿਉਂ ਲਾਉਂਦੇ ਕਿਉਂਕਿ ਉਹਨੂੰ ਨਹੀਂ ਪਤਾ ਹੈ ਕਿ ਇੱਥੇ ਜਿਹੜਾ ਸਭ ਤੋਂ ਸ਼ੁੱਧ ਸਟਰਗਲ ਲੜ ਰਿਹਾ ਉਹਦਾ ਜਿੱਥੇ ਇੱਕ ਦੁਨਿਆਵੀ ਤਕਾਜ਼ਾ ਹੈ ਆਜ਼ਾਦੀ ਦਾ ਜਿੱਥੇ ਉਹਦਾ ਇੱਕ ਦੁਨਿਆਵੀ ਤਕਾਜ਼ਾ ਹੈ ਸਰਬੱਤ ਦੇ ਭਲੇ ਦਾ ਰਾਜ ਸਥਾਪਿਤ ਕਰਨ ਦਾ ਉਹਦਾ ਇੱਕ ਇਸ ਤੋਂ ਵੀ ਵੱਡਾ ਮਨੋਰਥ ਹੈ ਗੁਰੂ 10ਵੇਂ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਇੱਕ ਪੀੜੀ ਜਿੰਨੀ ਜਗ੍ਹਾ ਲੈਣ ਤੇ ਉਹ ਸ਼ਹਾਦਤ ਦੇ ਰਾਸਤੇ ਸੌਖੀ ਮਿਲਦੀ ਇਹ ਦੁਨਿਆਵੀ ਬੰਦਿਆਂ ਦੀਆਂ ਗੱਲਾਂ ਸਮਝ ਆਉਣ ਵਾਲੀਆਂ ਨਹੀਂ ਹਨ ਚਾਹੇ ਉਹ ਸਾਡੇ ਸਿੱਖਾਂ 'ਚ ਹੀ ਹੋਣ ਮੈਂ ਅੱਜ ਕਿੰਨੇ ਬੰਦਿਆਂ ਨੂੰ ਜਾਣਦਾ
ਮੈਂ ਇੱਕ ਮਾਝੇ ਦੇ ਖਾੜਕੂ ਸਿੰਘ ਨੂੰ ਜਾਣਦਾ ਜਿਹਦੇ 3 ਭਰਾ ਸ਼ਹੀਦ ਹੋਏ, ਪਿਓ ਮਾਂ ਸਾਰਿਆਂ ਜੇਲ੍ਹਾਂ 'ਚ ਰਹੇ। ਉਹਨੂੰ ਅੱਜ ਇਸ ਗੱਲ ਦਾ ਅਫਸੋਸ ਹੈ ਵੀ ਮਹਾਰਾਜ ਨੇ ਮੇਰੇ ਤੇ ਬਖਸ਼ਿਸ਼ ਨਹੀਂ ਕੀਤੀ, ਮੈਂ ਸ਼ਹੀਦ ਨਹੀਂ ਹੋਇਆ। ਉਹਦੇ ਉਹਦਾ ਇੱਥੇ ਗੋਲੀ ਜ਼ਰੂਰ ਲੱਗੀ ਸੀਗੀ ਖੋਪੜੀ ਦੇ ਥੱਲੇ, ਉਹ ਬਚ ਗਿਆ। ਆ ਸਿੰਘ ਬੈਠਾ ਹੈ, ਉਹਦੇ ਪਿਤਾ ਦੀ ਇੰਟਰਵਿਊ ਲੈਣ ਗਿਆ, ਇਹਨੇ ਪੁੱਛ ਬੈਠਾ ਵੀ ਤੁਹਾਡੇ 3 ਲੜਕੇ ਸ਼ਹੀਦ ਹੋਏ ਤੇ ਤੁਹਾਨੂੰ ਕਿੱਦਾਂ ਘਾਟਾ ਨਹੀਂ ਮਹਿਸੂਸ ਹੁੰਦਾ? ਉਹ ਇਹਦੇ ਨਾਲ ਖਿਝ ਗਿਆ ਵੀ ਇੰਨਾ ਮੂਰਖ ਆਦਮੀ, ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਸ਼ਹੀਦ ਘਾਟਾ ਹੁੰਦੇ ਕਿ ਵਾਧਾ ਹੁੰਦੇ। ਅੱਜ ਲੋਕ ਬਿਜ਼ਨਸ ਵਾਂਗੂ ਗੱਲਾਂ ਕਰਦੇ ਵੀ ਸ਼ਹਾਦਤਾਂ ਚੋਂ ਕੁਝ ਮਿਲਿਆ ਨਹੀਂ। ਦੱਸੋ ਇਹ ਵਪਾਰ ਕਰ ਰਹੇ ਨੇ? ਇਹ ਛੋਟੀਆਂ ਮੋਟੀਆਂ ਪੰਜਾਬ ਦੀਆਂ ਸੂਬੇਦਾਰੀਆਂ ਦਾ ਪੰਥ ਦੇ ਪੈਰਾਂ ਦੇ ਵਿੱਚ ਸੰਤਾਂ ਦੇ ਵੇਲੇ ਤੋਂ ਰੋਟੀਆਂ ਕਰੀਆਂ। ਕਿੰਨੇ ਗਵਾਹ ਆਪਣੇ ਸਾਹਮਣੇ। ਇਹ ਇਹਨਾਂ ਲਈ ਨਹੀਂ ਲੱਗਦਾ, ਇਹਨਾਂ ਦੇ ਮਰਕਜ਼ ਉੱਚੇ ਸੀਗੇ। ਅੱਜ ਆਪਾਂ ਨੂੰ ਆਪਣੀ ਸਥਿਤੀ ਪਛਾਣਨ ਦੀ ਲੋੜ ਹੈ। ਇਹ ਸ਼ਹੀਦਾਂ ਦੀ ਅਜ਼ਮਤ ਪਛਾਣਨ ਦੀ ਲੋੜ ਹੈ, ਜਿਹੜੀ ਸਾਡੇ ਕੋਲੋਂ ਅੱਜ ਆਪਣੇ ਇਸ ਦੁਨਿਆਵੀ ਜ਼ਿੰਦਗੀ 'ਚ ਚੱਲਦੇ ਆ। ਇਸ ਜਿਹੜੇ ਸਾਡੇ ਦੇ ਉੱਤੇ ਇਹ ਪਰਦੇ ਪਏ ਹੋਏ ਆ ਮਾਇਆ ਦੇ 5 ਵਿਕਾਰਾਂ ਦੇ, ਇਹਨਾਂ ਦੇ ਚੱਲਦੇ ਆ ਸਾਡੇ ਕੋਲ ਇਹ ਸ਼ਹੀਦਾਂ ਦੀ ਅਜ਼ਮਤ ਪਛਾਣ ਦੀ ਲੋੜ ਹੈ। ਆਪਾਂ ਆਪਣੀ ਹੈਸੀਅਤ ਪਛਾਣੀਏ। ਮੈਨੂੰ ਪਤਾ ਕਿ ਮੇਰੇ ਮਨ ਦੇ ਅੰਦਰੋਂ ਸ਼ਹੀਦੀ ਦੀ ਅਰਦਾਸ ਨਹੀਂ ਨਿਕਲਦੀ ਹੈ ਤਾਂ ਮੈਂ ਇਸ ਕਿੱਤੇ 'ਚ ਨਾ ਖੜਾ। ਮੈਨੂੰ ਪਤਾ ਮੇਰੇ ਨਹੀਂ ਨਿਕਲਦੀ। ਤੋ ਜਿੰਨੇ ਵੀ ਜੋਗੇ ਹੈਗੇ ਆਪਾਂ ਉੱਥੇ ਖੜ ਕੇ ਲੜੇ। ਪੰਥ ਦੇ ਨਾਂ ਦੇ ਉੱਤੇ ਪੰਜਾਬ ਦੀ ਵੋਟ ਪੋਲਿਟਿਕਸ ਕਰੋਗੇ, ਇਹ ਸਭ ਤੋਂ ਵੱਡੀ ਕਰਾਹੀ ਹੈ। ਅਕਾਲੀ ਦਲ ਨੇ, ਬਾਦਲ ਨੇ ਇਸੇ ਗੱਲ ਦਾ ਫਾਇਦਾ ਲਿਆ। ਉਹ ਹੋਰ ਨਾਂ ਤੇ ਖੋਣੀ ਚਾਹੀਦੀ। ਮੈਂ ਨਹੀਂ ਕਹਿੰਦਾ ਕਿ ਇੱਥੇ ਕੋਈ ਭਈਆ ਆ ਕੇ ਰਾਜ ਕਰੇ, ਕੋਈ ਪੂਰਬੀਆ ਆ ਕੇ ਕਰੇ, ਇੱਥੇ ਪੰਜਾਬੀ ਕਰੇ, ਇੱਥੇ ਸਿੱਖ ਕਰੇ, ਪਰ ਉਹ ਪੰਥ ਦੀ ਧਿਰ ਨਹੀਂ ਹੋ ਸਕਦਾ। ਉਹ ਦੀਵਾਨ ਕੌੜਾ ਵਾਲ ਵਾਂਗ ਕੋਈ ਹੋਰ ਹੋ ਸਕਦਾ, ਜਾਂ ਆਲਾ ਸਿੰਘ ਵਾਂਗੂ ਉਹ ਹੋ ਸਕਦਾ ਜਿਹੜਾ ਆਪਣੇ ਆਪ ਪੰਥ ਦਾ ਹਿੱਸਾ ਨਾ ਮੰਨਦਾ। ਇੱਥੇ ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜੇ ਲੜ ਸੂਬੇਦਾਰੀ ਲੈ ਰਹੇ ਆ, ਉਹ ਪੰਥ ਦੇ ਗੁਰਮਤਿਆਂ ਦੇ ਵਿੱਚ ਆ ਕੇ ਆਪਣੀ ਇਸ ਲਾਲਸਾ ਦੇ ਤਹਿਤ ਪੰਥ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ। ਸੋ ਆਪਾਂ ਆਪਣੀ ਜਿਹੜੀ ਆਪੋ ਆਪਣੀ ਜਿੰਨੀ ਮਹਾਰਾਜ ਨੇ ਸਾਨੂੰ ਸੇਵਾ ਜੋਗਾ ਤਾਣ ਦੇ ਬੁੱਧ ਬਖਸ਼ੀ ਹੈ, ਉਹਦੇ ਬਾਰੇ ਜ਼ਰੂਰ ਪੁਨਰ ਵਿਚਾਰ ਕਰਨ ਦਾ ਸਮਾਂ ਹੈ। ਨਿਸ਼ਚਿਤ ਤੌਰ ਦੇ ਉੱਤੇ ਬਹੁਤ ਜ਼ਿਆਦਾ ਸਮੱਸਿਆ 'ਚ ਘਿਰ ਗਏ ਆ। ਜਿਸ ਤਰੀਕੇ ਨਾਲ ਆਪਣੇ ਤਖਤਾਂ ਦੇ ਉੱਤੇ ਹੀ ਮਹਾਰਾਜ ਦੇ ਸਰੂਪ ਤੇ ਹਮਲੇ ਹੋਏ ਆ, ਇਹ ਕੋਈ ਛੋਟੀ ਚੁਣੌਤੀ ਨਹੀਂ ਹੈ ਜੋ ਕੱਲ ਹੋਇਆ। ਨਿਸ਼ਚਿਤ ਰੂਪ 'ਚ ਆਪਾਂ ਨੂੰ ਦੁਬਾਰਾ ਤੋਂ ਸੋਚਣਾ ਪੈਣਾ, ਪਰ ਆਪਾਂ ਦੁਬਾਰਾ ਬਿਲਕੁਲ ਖੁੱਲੇ ਮਨ ਦੇ ਨਾਲ ਸੋਚੀਏ। ਕੱਲਾ ਬੰਦਿਆਂ ਦਾ ਨੁਕਸ, ਉਹਨਾਂ ਦੀਆਂ ਲਾਲਸਾਵਾਂ ਦਾ ਨੁਕਸ ਨਹੀਂ, ਸਾਡੇ ਜਿਹੜੇ ਰਸਤੇ ਆ, ਜਿਹੜੀਆਂ ਸਾਡੀਆਂ ਆਪਣੀਆਂ ਹੀ ਪੈੜਾਂ ਆ, ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਸੋਚਣ ਦੀ ਲੋੜ ਹੈ। ਤੋਂ ਮੈਂ ਇਸ ਅਟੱਲ ਵਿਸ਼ਵਾਸ ਦੇ ਨਾਲ ਸਮਾਪਤੀ ਕਰਦਾ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ, ਬਾਅਦ ਦੇ ਵਿੱਚ ਵੀ ਸਿੱਖ ਕਹਿੰਦੇ ਆਏ ਆ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਆਪਣੀ ਆਜ਼ਾਦੀ ਦੇ ਨਾਲ ਨਾਲ ਇਸ ਖਿੱਤੇ ਦੇ ਬਾਕੀ ਸਾਰੇ ਜਿਹੜੇ ਲੋਕ ਹੈ ਉਹਨਾਂ ਦੇ ਆਜ਼ਾਦੀ ਦੇ ਜਾਮਨ ਵੀ ਆਪਾਂ ਪੜ੍ਹਨਾ। ਆਪਾਂ ਪਹਿਲਾਂ ਆਪਣੀ ਆਜ਼ਾਦੀ ਦੇ ਲਈ ਆਪਣੀ ਪੁਨਰ ਵਿਚਾਰ ਕਰੀਏ ਤਾਂ ਕਿ ਆਪਾਂ ਬਾਕੀਆਂ ਦੇ ਲਈ ਵੀ ਵਸੀਲਾ ਬਣ ਸਕੀਏ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।